ਦੇ ਵਿੱਚੋਂ ਹੁੰਦੀਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਹਾ। ਸਤਿਗੁਰੂ ਮਹਾਰਾਜ ਜੀ ਹਰ ਇੱਕ ਹਿਰਦੇ ਵਿੱਚ ਨਾਮ ਦਾ ਜਾਗ ਲਾਉਂਦਿਆਂ ਹੋਇਆਂ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਦੇ ਵਿੱਚ ਚੱਲਦੇ ਹਨ। ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਸਤਿਗੁਰੂ ਮਹਾਰਾਜ ਜੀ ਜਿਸ ਇਲਾਕੇ ਦੇ ਵਿੱਚ ਆਏ ਨੇ, ਇੱਥੇ ਗੁਰੂ ਸਾਹਿਬ ਜੀ ਨੇ ਕਿਹੜੀ ਕਿਰਪਾ ਬਖਸ਼ਿਸ਼ ਵਰਤਾਉਣੀ ਹੈ, ਅਗਲੇਰੇ ਇਤਿਹਾਸ ਨੂੰ ਬੜੇ ਪਿਆਰ ਸਤਿਕਾਰ ਨਾਲ ਸਰਵਨ ਕਰੀਏ ਜੀ। ਉਹ ਤੋਂ ਕਸ਼ਟ ਜੁਤ ਇੱਕ ਫਕੀਰਾ। ਸਤਿਗੁਰੂ ਮਹਾਰਾਜ ਜੀ ਜਿਸ ਇਲਾਕੇ ਵਿੱਚ ਪਹੁੰਚੇ ਹਨ ਉਸ ਇਲਾਕੇ ਦਾ ਨਾਮ ਦੀਪਾਲਪੁਰ ਹੈ। ਇੱਥੇ ਇੱਕ ਫਕੀਰ ਹੈ, ਪਰ ਉਹ ਫਕੀਰ ਕੁਸ਼ਟ ਰੋਗ ਦੇ ਨਾਲ ਭਰਿਆ ਹੈ। ਕੁਸ਼ਟ ਦਾ ਅਰਥ ਹੁੰਦਾ ਕੋੜ ਦਾ ਰੋਗ। ਕੋੜ ਦੇ ਰੋਗ ਦੇ ਨਾਲ ਭਰਿਆ ਹੋਇਆ ਇੱਕ ਇੱਥੇ ਫਕੀਰ ਹੈ। ਨਿਸ ਬਸੁਰ ਬੋ ਪਵਤ ਪੀਰਾ। ਉਹਨੂੰ ਜਿਹੜਾ ਰੋਗ ਹੈ ਬੜਾ ਭਿਆਨਕ ਰੋਗ ਹੈ ਕੋੜ ਦਾ, ਜਿਹਦੀ ਪੀੜਾ ਜਿਹਦਾ ਦਰਦ ਇਹਨੂੰ ਦਿਨ ਰਾਤ ਸਤਾਉਂਦਾ ਹੈ। ਦਿਨ ਰਾਤ ਇਹਦੇ ਮੁਖ ਵਿੱਚੋਂ ਦੀ ਹਾਏ ਹਾਏ ਨਿਕਲਦੀ ਹੈ। ਇੰਨੀ ਦਰਦ ਇੰਨੀ ਪੀੜਾ ਇਹ ਰੋਜ਼ ਦਿਨ ਰਾਤ ਜੋ ਸਹਿ ਰਿਹਾ ਹੈ ਇਸ ਭਿਆਨਕ ਰੋਗ ਦੇ ਕਰਕੇ ਕਹਿੰਦੇ ਨੇ ਬਹੁਤ ਜ਼ਿਆਦਾ ਕਸ਼ਟ ਇਹ ਭੋਗ ਰਿਹਾ ਹੈ। ਦੇਖ ਦਇਆ ਨਿਤ ਕਰੁਣਾ ਆਈ। ਦਇਆ ਦੀ ਮੂਰਤ ਕਰੁਣਾ ਦੀ ਮੂਰਤ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਤਰਸ ਆਇਆ ਹੈ, ਗੁਰੂ ਸਾਹਿਬ ਜੀ ਨੂੰ ਰਹਿਮ ਆਇਆ ਔਰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ਾਂ ਦੇਣ ਵਾਸਤੇ ਇਸ ਇਲਾਕੇ ਵਿੱਚ ਆਏ ਹਨ। ਝੁੱਗੀ ਡਿੱਗ ਬੈਠੇ ਜਗ ਸਾਈਂ। ਉਹਨੇ ਜਿਹੜਾ ਫਕੀਰ ਹੈ ਕੋੜ ਦੇ ਰੋਗ ਨਾਲ ਭਰਿਆ ਹੋਇਆ, ਇੱਕ ਝੁੱਗੀ ਜਿਹੀ ਬਣੀ ਹੈ, ਉਹਦੇ ਅੰਦਰ ਇਹ ਲੰਮਾ ਪਿਆ ਤੇ ਹਾਏ ਹਾਏ ਉਸ ਦਰਦ ਪੀੜਾ ਨੂੰ ਬਰਦਾਸ਼ਤ ਕਰਦਾ ਹੋਇਆ ਬੜਾ ਵਿਰਲਾਪ ਕਰ ਰਿਹਾ ਹੈ। ਤੇ ਗੁਰੂ ਮਹਾਰਾਜ ਜੀ ਝੁੱਗੀ ਢਿੱਗ ਬੈਠੇ ਜਗ ਸਾਈਂ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਕੋੜੀ ਦੇ ਰੋਗ ਨਾਲ ਤੜਪਦੇ ਹੋਏ ਇਸ ਫਕੀਰ ਦੀ ਝੁੱਗੀ ਕੋਲ ਆ ਬੈਠੇ ਹਨ। ਕਹਿ ਗਏ ਫਕੀਰ ਬੰਦ ਕਰ ਦੋ। ਜਦੋਂ ਹੁਣ ਬਿਲਕੁਲ ਕੋਲ ਆ ਕੇ ਬੈਠ ਗਏ, ਹੁਣ ਇਹ ਤੜਪਦਾ ਸੀ ਆਸੇ ਪਾਸੇ, ਜਦੋਂ ਨਜ਼ਰ ਗਈ ਤੇ ਗੁਰੂ ਨਾਨਕ ਸਾਹਿਬ ਜੀ ਵੱਲ ਨਜ਼ਰ ਗਈ, ਇਹਨੇ ਕਹਿੰਦੇ ਔਖੇ ਸੌਖੇ ਹੋ ਕੇ ਦਰਦ ਭਰੀ ਆਵਾਜ਼ ਦੇ ਵਿੱਚ ਆਖਣਾ ਕੀਤਾ, ਮੋਰ ਸਮੀਪ ਨਾ ਆਵਤ ਕੋ। ਕਹਿਣ ਲੱਗੇ ਤੁਸੀਂ ਕੌਣ ਹੋ? ਮੇਰੇ ਨੇੜੇ ਤਾਂ ਕੋਈ ਵੀ ਨਹੀਂ ਆਉਂਦਾ। ਜਿੰਨੀ ਨੇੜੇ ਤੁਸੀਂ ਆ ਕੇ ਮੇਰੇ ਕੋਲ ਬੈਠ ਗਏ ਹੋ, ਇੰਨੀ ਨੇੜੇ ਮੇਰ ਸਮੀਪ ਨਾ ਆਵਤ ਕੋ, ਇੰਨੀ ਨੇੜੇ ਕੋਈ ਵੀ ਮੇਰੇ ਨੇੜੇ ਨਹੀਂ ਆਉਂਦਾ ਹੈ। ਖਗ ਭਾਗੇ ਪਿਕ ਗਿਣਤੀ ਗਿਆਨਰ। ਕਹਿੰਦੇ ਜਿੰਨੀ ਨੇੜਤਾ ਤੁਸੀਂ ਮੇਰੇ ਨਾਲ ਬਣਾ ਲਈ, ਇਹਨਾਂ ਤੇ ਨੇੜੇ ਕੋਈ ਨਹੀਂ ਆਇਆ। ਬੰਦਾ ਤੇ ਛੱਡੋ ਪੰਛੀ ਵੀ ਨਹੀਂ ਆਉਂਦਾ। ਮੇਰੇ ਤਨ ਦਾ ਜਿਹੜਾ ਇਹ ਕੋੜ ਦਾ ਰੋਗ ਮੈਨੂੰ ਲੱਗਾ ਹੈ, ਜੋ ਸਰੀਰ ਵਿੱਚੋਂ ਦੀ ਸਮੈਲ ਆ ਰਹੀ ਹੈ, ਬਦਬੂ ਆ ਰਹੀ ਹੈ। ਮਹਾਰਾਜ ਜੀ ਕੌਣ ਹੋ ਤੁਸੀਂ? ਖਗ ਭਾਵ ਕਿ ਜਿਹੜੇ ਪੰਛੀ ਨੇ ਭਾਗਾਂ ਉਹ ਵੀ ਭੱਜ ਜਾਂਦੇ ਨੇ। ਮੇਰੇ ਸਰੀਰ ਵਿੱਚੋਂ ਇੰਨੀ ਬਦਬੂ ਆ ਰਹੀ ਹੈ ਕਿ ਸਰੀਰ ਬੰਦਾ ਤੇ ਛੱਡੋ ਪੰਛੀ ਵੀ ਜਿਹੜੇ ਆ ਉਹ ਨੇੜੇ ਨਹੀਂ ਆਉਂਦੇ ਹਨ। ਤੁਮ ਆਏ ਮੋ ਪਰ ਕਰੁਣਾ ਕਰ। ਪਰ ਇੰਨੀ ਨੇੜੇ ਜੇ ਤੁਸੀਂ ਮੇਰੇ ਕੋਲ ਆ ਕੇ ਬੈਠੇ ਹੋ ਤੇ ਮੈਨੂੰ ਇਦਾਂ ਲੱਗਦਾ ਜਿਵੇਂ ਮੇਰੇ ਤੇ ਤਰਸ ਕਰਕੇ ਆਏ ਹੋ, ਮੇਰੇ ਤੇ ਆਪਣੀ ਕਿਰਪਾ ਕਰਨ ਆਏ ਹੋ। ਰਹਿਣ ਬਸੇਰਾ ਕਰਤੇ ਥਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਤ ਦਾ ਸਮਾਂ ਜਿਹੜਾ ਇੱਥੇ ਹੀ ਬਿਤਾਇਆ ਹੈ। ਨੇ ਪੌਂਡੇ ਬੈਠੇ ਗਤਦਾਨਾ। ਹੁਣ ਰਾਤ ਵੇਲੇ ਮਹਾਰਾਜ ਜੀ ਉੱਥੇ ਲੇਟੇ ਨਹੀਂ ਆਰਾਮ ਕਰਨ ਵਾਸਤੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੌਂਕੜਾ ਮਾਰ ਬੈਠੇ ਹਨ। ਸਭ ਨੇ ਸ ਕੁਸ਼ਤੀ ਸੰਕਟ ਪਾਵੇ। ਜਿਵੇਂ ਜਿਵੇਂ ਰਾਤ ਦਾ ਸਮਾਂ ਵੱਧਦਾ ਜਾਂਦਾ ਹੈ ਤਿਵੇਂ ਤਿਵੇਂ ਇਹ ਕੁਸ਼ਤੀ ਕੋੜ ਦੇ ਰੋਗ ਨਾਲ ਭਰਿਆ ਹੋਇਆ ਉੱਚੀ ਉੱਚੀ ਬੜਾ ਦਰਦ ਭਰੀ ਆਵਾਜ਼ ਦੇ ਵਿੱਚ ਹਾਏ ਹਾਏ ਕਰ ਰਿਹਾ ਹੈ। ਅਕਸਰ ਹੁੰਦਾ ਵੀ ਦਿਨ ਤਾਂ ਚਲੋ ਲੰਘ ਜਾਂਦਾ, ਰਾਤ ਕੱਟਣੀ ਬੜੀ ਔਖੀ ਹੁੰਦੀ ਹੈ। ਜਦੋਂ ਕੋਈ ਦਰਦ ਪੀੜਾ ਕੋਈ ਦੁੱਖ ਤਕਲੀਫ ਹੋਵੇ ਨਾ, ਤੇ ਬੰਦਾ ਦੁੱਖ ਤਕਲੀਫ ਰਾਤ ਵਾਲਾ ਸਮਾਂ ਲੰਘਾਉਣਾ ਬਹੁਤ ਔਖਾ ਹੁੰਦਾ ਹੈ। ਅਕਸਰ ਇਹ ਬਜ਼ੁਰਗਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਜੇ ਸ਼ਾਮ ਵੇਲੇ ਕੋਈ ਦਰਦ ਪੀੜਾ ਹੋਣ ਲੱਗ ਜਾਏ ਜਾਂ ਹਾਲਤ ਕਿਤੇ ਨਾਜ਼ੁਕ ਹੋਣ ਲੱਗ ਜਾਏ ਤੇ ਉਹਨਾਂ ਨੇ ਕਹਿਣਾ ਹੁਣੇ ਹੀ ਕੋਈ ਦਵਾ ਦਾਰੂ ਦਾ ਪ੍ਰਬੰਧ ਪਾਓ, ਦਵਾਈ ਦਾ ਪ੍ਰਬੰਧ ਕਰ ਲਓ, ਨਹੀਂ ਤੇ ਅੱਗੇ ਰਾਤ ਬੜੀ ਔਖੀ ਨਿਕਲਣੀ ਹੈ। ਇਸੇ ਤਰ੍ਹਾਂ ਕਹਿੰਦੇ ਜਿਵੇਂ ਜਿਵੇਂ ਰਾਤ ਦਾ ਸਮਾਂ ਬੀਤਿਆ ਤਿਵੇਂ ਤਿਵੇਂ ਇਹਦੀ ਜਿਹੜੀ ਦਰਦ ਇਹਦੀ ਪੀੜਾ ਇਹਨੂੰ ਸਤਾਉਂਦੀ ਸੀ। ਹਾਏ ਹਾਏ ਕਹਿ ਕੇ ਬਿਲ ਲਾਵੇ। ਬੜਾ ਵਿਰਲਾਪ ਕਰ ਰਿਹਾ, ਹਾਏ ਹਾਏ ਤੋਂ ਸਿਵਾ ਇਹਦੇ ਮੁਖ ਚੋਂ ਕੁਝ ਵੀ ਨਾ ਨਿਕਲਿਆ। ਅਰਧ ਨਿਸਾ ਬੀਤੀ ਜਬੈ ਸ਼੍ਰੀ ਬੇਦੀ ਕੁਲ ਕੇਤ। ਅਰਧ ਨਿਸਾ ਅੱਧੀ ਰਾਤ ਦਾ ਸਮਾਂ ਜਦੋਂ ਬਤੀਤ ਹੋ ਗਿਆ, ਗੁਰੂ ਨਾਨਕ ਸਾਹਿਬ ਜੀ ਇਹਦੀ ਬਾਰ-ਬਾਰ ਦਰਦ ਭਰੀਆਂ ਆਵਾਜ਼ਾਂ ਸੁਣ ਰਹੇ ਨੇ ਕਿ ਕਿੰਨਾ ਇਸ ਵੇਲੇ ਇਹਨੂੰ ਕਸ਼ਟ ਹੈ, ਕਿੰਨਾ ਰੋਗ ਹੈ, ਕਿੰਨੀ ਪੀੜਾ ਇਹ ਬਰਦਾਸ਼ਤ ਕਰ ਰਿਹਾ ਹੈ। ਅੱਧੀ ਰਾਤ ਦਾ ਸਮਾਂ ਜਦੋਂ ਬਤੀਤ ਹੋਇਆ, ਸ਼ਬਦ ਉਚਾਰਨ ਕੀਨ ਤਬ ਸੰਕਟ ਕਟਨ ਹੇਤ। ਇਹਦਾ ਵਿਰਲਾਪ ਕਰਨਾ, ਇਹਦਾ ਜਿਹੜਾ ਦੁੱਖ ਇਹਦੀ ਪੀੜਾ ਇਹਦਾ ਦਰਦ ਵੇਖਿਆ, ਫਿਰ ਸਤਿਗੁਰੂ ਜੀ ਨੇ ਉਦੋਂ ਸ਼ਬਦ ਉਚਾਰਨ ਕੀਤਾ। ਅੱਧੀ ਰਾਤ ਤੋਂ ਵੱਧ ਦਾ ਸਮਾਂ ਹੈ ਜਦੋਂ ਇਹ ਮਹਾਰਾਜ ਜੀ ਸ਼ਬਦ ਉਚਾਰਦੇ ਨੇ ਜੋ ਧਨਾਸਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 661 ਅੰਗ ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਮਹਾਰਾਜ ਜੀ ਨੇ ਇਤਿਹਾਸ ਕਹਿੰਦਾ ਵੀ ਇਹਦੇ ਜ਼ਖਮ ਤੱਕ ਵੀ ਸਾਫ਼ ਕੀਤੇ ਨੇ। ਇੰਨੀ ਨੇੜਤਾ ਮਹਾਰਾਜ ਨੇ ਬਣਾਈ, ਇਹਦੇ ਆਪਣੇ ਸਾਥ ਛੱਡ ਕੇ ਚਲੇ ਗਏ। ਕਿਸੇ ਨੇ ਵੀ ਇਹਦੀ ਬਾਤ ਨਹੀਂ ਪੁੱਛੀ, ਇਸ ਲਈ ਇਹਨੂੰ ਕੋੜ ਦਾ ਰੋਗ ਹੈ, ਜੇ ਅਸੀਂ ਇਹਨੂੰ ਛੂਵਾਂਗੇ ਤੇ ਕਿਤੇ ਬਿਮਾਰੀ ਸਾਨੂੰ ਨਾ ਲੱਗ ਜਾਏ। ਆਪਣੇ ਵੀ ਇਹਦੇ ਸਾਥ ਛੱਡ ਕੇ ਚਲੇ ਜਾ ਚੁੱਕੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਇੰਨੀ ਨੇੜਤਾ ਵੀ ਇਹਦੇ ਜ਼ਖਮ ਵੀ ਗੁਰੂ ਸਾਹਿਬ ਆਪ ਸਾਫ਼ ਕਰਦੇ ਆ। ਆਪਣੇ ਹੱਥੀਂ ਇਹਨੂੰ ਨਾਲੇ ਗੁਰੂ ਸਾਹਿਬ ਨੇ ਸ਼ਬਦ ਪੜ੍ਹਨਾ, ਬਾਣੀ ਪੜ੍ਹਨੀ, ਤੇ ਨਾਲੇ ਉਹਦਾ ਜ਼ਖਮ ਜਿਹੜਾ ਆਪ ਉਹਦੇ ਜ਼ਖਮਾਂ ਦੀ ਸਫਾਈ ਕਰਨੀ। ਕਿਉਂਕਿ ਸਤਿਗੁਰੂ ਕੀ ਹੈ? ਮੇਰਾ ਵੈਦ ਗੁਰੂ ਗੋਬਿੰਦਾ। ਤੇ ਵੈਦ ਦਾ ਕੰਮ ਹੈ ਰੋਗੀ ਦਾ ਇਲਾਜ ਕਰਨਾ, ਡਾਕਟਰ ਦਾ ਕੰਮ ਹੈ ਕਿ ਜਿਹੜਾ ਮਰੀਜ਼ ਹੈ ਜਿਹੜਾ ਰੋਗੀ ਹੈ ਉਹਦੇ ਜ਼ਖਮਾਂ ਦੀ ਸਫਾਈ ਕਰਨੀ। ਤੇ ਮੇਰੇ ਸਤਿਗੁਰੂ ਜੀ ਵੈਦ ਬਣ ਕੇ ਇਹਦੇ ਜ਼ਖਮ ਤੱਕ ਵੀ ਸਾਫ਼ ਕਰਦੇ ਆ। ਜਦੋਂ ਸਮਾਂ ਅੱਧੀ ਰਾਤ ਤੋਂ ਵੱਧ ਦਾ ਬਤੀਤ ਹੋਇਆ, ਸ਼ਬਦ ਉਚਾਰਨ ਕੀਨ ਤਬ ਸੰਕਟ ਕਟਨੇ ਹੇਤ। ਧਿਆਨ ਰੱਖਿਓ ਕੋੜ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਤਨ ਦਾ ਹੁੰਦਾ ਹੈ ਤੇ ਇੱਕ ਮਨ ਦਾ ਹੁੰਦਾ ਹੈ। ਤਨ ਦਾ ਕੋੜ ਤਾਂ ਕਿਸੇ ਕਿਸੇ ਨੂੰ ਹੋਏਗਾ, ਪਰ ਮਨ ਦਾ ਕੋੜ ਤਾਂ ਬਹੁਤਿਆਂ ਵਿੱਚ ਵੇਖਣ ਨੂੰ ਮਿਲਦਾ ਹੈ। ਜੋ ਅੱਜ ਸਮਾਜ ਵਿੱਚ ਕੋੜ ਦੇ ਰੋਗ ਵਰਗੀਆਂ ਬਿਮਾਰੀਆਂ ਪੈਦਾ ਹੋਈਆਂ ਨੇ, ਇਹ ਕਿੱਥੋਂ ਹੋਈਆਂ ਨੇ? ਇਹ ਸਾਡੇ ਮਾਨਸਿਕ ਤਲ ਤੋਂ ਹੀ ਪੈਦਾ ਹੋਈਆਂ, ਕਿਉਂਕਿ ਮਨ ਕੋੜੀ ਹੋ ਗਿਆ, ਮਨ ਨੂੰ ਭਿਆਨਕ ਰੋਗ ਲੱਗਾ ਹੋਇਆ ਹੈ। ਇਸ ਲਈ ਸਮਾਜ ਵਿੱਚ ਬੁਰਾਈਆਂ ਐਸੀਆਂ ਨੇ, ਕੁਝ ਕੁਰੀਤੀਆਂ ਐਸੀਆਂ ਨੇ ਜਿੱਥੋਂ ਪਤਾ ਲੱਗਦਾ ਵੀ ਮਨੁੱਖ ਦਾ ਮਨ ਕਿੰਨਾ ਕੋੜੀ ਹੋ ਗਿਆ। ਅਸੀਂ ਤਨ ਦੇ ਕੋੜ ਤੋਂ ਤਾਂ ਬਚ ਜਾਵਾਂਗੇ, ਪਰ ਮਨ ਦੇ ਕੋੜ ਤੋਂ ਕਿਵੇਂ ਬਚਾਂਗੇ? ਸਤਿਗੁਰੂ ਮਹਾਰਾਜ ਜੀ ਨੇ ਇਹ ਅੰਦਰ ਔਰ ਬਾਹਰ ਦੇ ਤਨ ਤੇ ਮਨ ਦੇ ਸੰਕਟ ਵਿੱਚੋਂ ਕੱਢਣ ਵਾਸਤੇ ਇਹ ਪਾਵਨ ਸ਼ਬਦ ਉਚਾਰਿਆ ਹੈ। ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਹੋਏਗਾ ਕਿ ਤੁਸੀਂ ਰਬਾਬ ਵਜਾਓ,
ਆਪਾਂ ਰਲ ਕੇ ਸ਼ਬਦ ਗਾਇਨ ਕਰੀਏ ਜੀ। ਜਿਉ ਤਪਤ ਹੈ ਬਾਰੋ ਬਾਰ ਮਹਾਰਾਜ ਕਹਿੰਦੇ ਜੀਓ, ਜੀਓ ਦਾ ਇੱਥੇ ਅਰਥ ਹੈ ਜਿੰਦ। ਜੋ ਸਾਡੇ ਸਰੀਰ ਦੇ ਵਿੱਚ ਜਿੰਦ ਹੈ ਉਹ ਤਪ ਰਹੀ ਹੈ ਬਾਰ-ਬਾਰ, ਇੱਕ ਵਾਰ ਨਹੀਂ, ਉਹਦਾ ਤਪਣਾ ਜਿਹੜਾ ਹੈ ਉਹ ਬਾਰ-ਬਾਰ ਹੈ। ਤਪ ਤਪ ਖਪੇ ਬਹੁਤ ਬੇਕਾਰ ਔਰ ਉਹ ਜਿਹੜੀ ਅੰਦਰ ਵਿਕਾਰਾਂ ਦੀ ਅਗਨੀ ਬਲ ਰਹੀ ਹੈ, ਉਸ ਵਿਕਾਰਾਂ ਦੀ ਅਗਨੀ ਵਿੱਚ ਸਾਡੀ ਜਿੰਦ ਸੜ ਰਹੀ ਹੈ, ਤਪ ਤਪ ਕੇ ਖੁਆਰ ਹੋ ਰਹੀ ਹੈ, ਦੁਖੀ ਹੋ ਰਹੀ ਹੈ। ਕਿਉਂਕਿ ਜਿਹੜੀ ਵਿਕਾਰਾਂ ਦੀ ਅਗਨੀ ਹੈ ਨਾ, ਇਹਦੇ ਵਿੱਚ ਜਿੰਦ ਜਿਹੜੀ ਆ ਉਹ ਤਪ ਰਹੀ ਹੈ, ਖਪ ਰਹੀ ਹੈ, ਭਾਵ ਦੁਖੀ ਹੋ ਰਹੀ ਹੈ। ਜੈ ਤਨ ਬਾਣੀ ਬਿਸਰ ਜਾਏ। ਮਹਾਰਾਜ ਜੀ ਨੇ ਪੁੱਛਿਆ ਵੀ ਮਹਾਰਾਜ ਜੀ ਇਹ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਇਹ ਕਿਹਨਾਂ ਦੇ ਜੀਵਨ ਵਿੱਚ ਹੁੰਦਾ ਹੈ? ਇਹ ਕਿਹਨਾਂ ਦੇ ਜੀਵਨ ਵਿੱਚ ਐਸੀ ਅਵਸਥਾ ਹੁੰਦੀ ਹੈ? ਤਾਂ ਮਹਾਰਾਜ ਜੀ ਦੱਸਦੇ ਨੇ ਜੈ ਤਨ ਬਾਣੀ ਵਿਸਰ ਜਾਏ। ਤਨ ਦੇ ਨੰਨੇ ਨੂੰ ਸਿਹਾਰੀ ਹੈ, ਤਨ ਦੇ ਵਿੱਚ, ਤਨ ਦੇ ਅੰਦਰ, ਜਿਹਦੇ ਹਿਰਦੇ ਵਿੱਚੋਂ ਦੀ ਪਰਮੇਸ਼ਵਰ ਦਾ ਨਾਮ ਵਿਸਰ ਜਾਏ। ਹੁਣ ਆਪਾਂ ਡਾਕਟਰ ਨੂੰ ਪੁੱਛੀਏ, ਡਾਕਟਰ ਸਾਹਿਬ ਆ ਜਿਹੜੀ ਬਿਮਾਰੀ ਮੈਨੂੰ ਲੱਗ ਗਈ ਹੈ ਇਹ ਕਿਉਂ ਲੱਗੀ ਹੈ, ਇਹਦਾ ਕਾਰਨ ਕੀ ਹੈ, ਕੀ ਇਹਦੀ ਵਜ੍ਹਾ ਹੈ? ਤੇ ਡਾਕਟਰ ਸਾਹਿਬ ਆਖਣਗੇ ਵੀ ਚੈੱਕਅਪ ਕਰਨਾ ਪੈਣਾ ਹੈ। ਜਿਹੜੀ ਚੈੱਕਅਪ ਕਰਵਾ ਕੇ ਰਿਪੋਰਟ ਆਏਗੀ ਉਹ ਦੱਸੇਗੀ ਵੀ ਤੇਰੀ ਬਿਮਾਰੀ ਦਾ ਕਾਰਨ ਕੀ ਹੈ। ਤੇ ਗੁਰੂ ਸਾਹਿਬ ਜੀ ਤੁਸੀਂ ਵੈਦ ਹੋ, ਤੁਸੀਂ ਵੀ ਇੱਕ ਬਹੁਤ ਵੱਡਾ ਇੱਕ ਡਾਕਟਰ ਦਾ ਰੂਪ ਹੋ, ਤੁਸੀਂ ਸਾਡਾ ਜਿਹੜਾ ਉਹ ਚੈੱਕਅਪ ਕਰਕੇ ਦੱਸੋ ਵੀ ਸਾਡਾ ਇਹ ਮਨ ਤਪਦਾ ਰਹਿੰਦਾ ਹੈ, ਸਾਡੀ ਜਿੰਦ ਅੰਦਰ ਤਪਦੀ ਰਹਿੰਦੀ ਹੈ, ਇਹ ਵਿਕਾਰਾਂ ਦੀ ਅਗਨੀ ਵਿੱਚ ਸੜਦੀ ਰਹਿੰਦੀ ਹੈ, ਕਾਰਨ ਕੀ ਹੈ? ਮਹਾਰਾਜ ਕਹਿੰਦੇ ਕਾਰਨ ਹੈ ਜੈ ਤਨ ਬਾਣੀ ਵਿਸਰ ਜਾਏ। ਤੇਰੇ ਅੰਦਰੋਂ ਪਰਮੇਸ਼ਵਰ ਦਾ ਨਾਮ ਵਿਸਰ ਗਿਆ, ਅੰਦਰ ਪਰਮਾਤਮਾ ਦਾ ਨਾਮ ਭੁੱਲ ਗਿਆ। ਜਿਨ੍ਹਾਂ ਦੇ ਤਨ ਵਿੱਚ ਭਾਵ ਹਿਰਦੇ ਵਿੱਚੋਂ ਪਰਮੇਸ਼ਵਰ ਦਾ ਨਾਮ ਵਿਸਰ ਜਾਂਦਾ ਹੈ, ਜਿਉ ਪੱਕਾ ਰੋਗੀ ਬਿਲ ਲਾਏ। ਉਹਦੀ ਹਾਲਤ ਕਿੱਦਾਂ ਹੁੰਦੀ ਹੈ? ਜਿਵੇਂ ਪੱਕਾ ਰੋਗੀ, ਜਿਵੇਂ ਆ ਕੋੜ ਦੇ ਰੋਗ ਨਾਲ ਭਰਿਆ ਹੋਇਆ, ਵਿਰਲਾਪ ਕਰ ਰਿਹਾ, ਕਾਹਾਂ ਮਾਰ ਰਿਹਾ, ਰੋ ਰੋ ਕੇ ਹਾਏ ਹਾਏ ਕਰ ਰਿਹਾ, ਰੋ ਰੋ ਕੇ ਕਹਿ ਰਿਹਾ ਮੇਰੇ ਕੋਲੋਂ ਦਰਦ ਪੀੜਾ ਬਰਦਾਸ਼ਤ ਨਹੀਂ ਹੋ ਪਾ ਰਹੀ। ਮਹਾਰਾਜ ਕਹਿੰਦੇ ਬਸ ਜਿਹੜੇ ਨਾਮ ਨਹੀਂ ਨਾ ਜਪਦੇ, ਜਿਹੜੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦੀ ਹਾਲਤ ਵੀ ਇਸ ਰੋਗੀ ਦੀ ਤਰ੍ਹਾਂ ਹੁੰਦੀ ਹੈ। ਉਹ ਵੀ ਅੰਦਰੋਂ ਮਨ ਦੇ ਜਿਹੜੇ ਰੋਗੀ, ਕਿਉਂਕਿ ਜੇ ਨਿਤਨੇਮ ਕਰਨ ਨੂੰ ਦਿਲ ਨਹੀਂ ਕਰਦਾ ਤੇ ਮਨ ਰੋਗੀ ਹੈ। ਜੇ ਸਤ ਸੰਗਤ ਵਿੱਚ ਆਉਣ ਨੂੰ ਦਿਲ ਨਹੀਂ ਕਰਦਾ ਤੇ ਮਨ ਬਿਮਾਰ ਹੈ। ਜੇ ਇਹ ਗੁਰੂ ਚਰਨਾਂ ਵਿੱਚ ਆਉਣ ਨੂੰ ਨਹੀਂ ਰਾਜੀ ਹੁੰਦਾ, ਇਹਦਾ ਮਤਲਬ ਮਨ ਬਿਮਾਰ ਹੋ ਗਿਆ ਸਾਡਾ। ਅੰਮ੍ਰਿਤ ਵੇਲੇ ਉੱਠਣ ਨੂੰ ਨਹੀਂ ਕਹਿੰਦਾ, ਨਿਤਨੇਮ ਕਰਨ ਨੂੰ ਮਨ ਰਾਜੀ ਨਹੀਂ ਹੁੰਦਾ, ਸਤ ਸੰਗਤ ਵਿੱਚ ਬੈਠਣ ਨੂੰ ਰਾਜੀ ਨਹੀਂ ਹੁੰਦਾ, ਫਿਰ ਇਹਦਾ ਮਤਲਬ ਮਨ ਸਾਡਾ ਬਿਮਾਰ ਹੋ ਗਿਆ। ਤੇ ਉਸ ਬਿਮਾਰੀ ਦਾ ਫਿਰ ਇਲਾਜ ਵੀ ਤੇ ਕਰਾਉਣਾ। ਜਿੰਨਾ ਚਿਰ ਸਾਨੂੰ ਬਿਮਾਰੀ ਦਾ ਨਹੀਂ ਪਤਾ ਅਸੀਂ ਤੁਰੇ ਫਿਰਦੇ ਹਾਂ, ਪਰ ਜਿਸ ਦਿਨ ਪਤਾ ਲੱਗ ਗਿਆ ਉਸੇ ਦਿਨ ਇਲਾਜ ਸ਼ੁਰੂ ਕਰਵਾ ਦਿੰਦੇ ਹਾਂ। ਸਤਿਗੁਰੂ ਮਿਹਰ ਕਰਨ, ਜਿਹੜਾ ਸਾਨੂੰ ਇਹ ਅੰਦਰ ਦੀ ਬਿਮਾਰੀ ਹੈ ਨਾ, ਇਹ ਸਾਨੂੰ ਗੁਰੂ ਦੇ ਦਰ ਤੇ ਆ ਕੇ ਹੀ ਇਹਦਾ ਇਲਾਜ ਹੋਣਾ ਹੈ। ਸਮਝ ਕੇ ਚੱਲੀਏ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਸੰਸਾਰ ਦੇ ਵਿੱਚ ਜਿਨ੍ਹਾਂ ਅੰਦਰੋਂ ਨਾਮ ਵਿਸਰ ਜਾਏ, ਜਿਵੇਂ ਭਿਆਨਕ ਰੋਗ ਵਾਲਾ ਅੰਦਰੋਂ ਦੀ ਤੜਪਦਾ ਕੁਰਲਾਉਂਦਾ ਹੈ, ਇਸੇ ਤਰ੍ਹਾਂ ਉਹ ਪੱਕੇ ਰੋਗੀ ਦੀ ਤਰ੍ਹਾਂ ਮਨ ਕਰਦੇ ਰੋਗੀ ਜਿਹੜੇ ਹੁੰਦੇ ਨੇ ਉਹ ਵੀ ਇਸੇ ਤਰ੍ਹਾਂ ਵਿਰਲਾਪ ਕਰਦੇ ਹਨ। ਬਹੁਤਾ ਬੋਲਣ ਝਖਣ ਹੋਏ। ਕਈ ਗੱਲਾਂ ਵਿੱਚ ਹੀ ਬਹੁਤਾ ਬੋਲ ਕੇ ਕਹਿੰਦੇ ਆ ਵੀ ਮੈਂ ਤੇ ਪਰਮੇਸ਼ਵਰ ਨੂੰ ਪਾ ਲਿਆ, ਮੈਂ ਇਹ ਕਰ ਲਿਆ, ਮੈਂ ਉਹ ਕਰ ਲਿਆ। ਮਹਾਰਾਜ ਕਹਿੰਦੇ ਜਿਹੜਾ ਬਹੁਤਾ ਬੋਲਦਾ ਨਾ ਉਹਦੇ ਕੋਲ ਚੱਖ ਮਾਰਨ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੁੰਦਾ। ਉਹ ਸਿਰਫ ਝੱਖ ਹੀ ਮਾਰਦਾ ਹੈ, ਗੱਲਾਂ ਦੇ ਵਿੱਚ ਰੱਬ ਨੂੰ ਪਾ ਲੈਂਦਾ ਹੈ। ਉਹ ਗੱਲਾਂ ਦੇ ਵਿੱਚ ਬੜਾ ਕੁਝ ਤਿਆਰ ਕਰ ਲੈਂਦਾ ਹੈ। ਪਰ ਮਹਾਰਾਜ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ, ਜਿਹੜਾ ਬਹੁਤਾ ਨਿਰੀਆਂ ਗੱਲਾਂ ਹੀ ਕਰਨ ਵਾਲਾ ਹੈ ਉਹ ਸਿਰਫ ਝੱਖ ਹੀ ਮਾਰਦਾ ਹੈ। ਬਿਨ ਬੋਲੇ ਜਾਣੇ ਸਭ ਸੋਏ ਰਗਾਓ। ਇਹ ਰਹਾਓ, ਇਹ ਵਿਸ਼ਰਾਮ ਜਿੱਥੇ ਅਸੀਂ ਰੁਕ ਕੇ ਇਹਨੂੰ ਵਿਚਾਰ ਕੇ ਸਮਝਣਾ ਹੈ। ਮਹਾਰਾਜ ਜੀ ਕਹਿੰਦੇ ਉਹ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ। ਉਹ ਸਭ ਕੁਝ ਸਾਡੇ ਮਨ ਦੀ ਹਾਲਤ ਨੂੰ ਜਾਣਦਾ ਹੈ, ਉਹ ਸਾਡੇ ਦਿਲ ਦੀ ਹਾਲਤ ਨੂੰ ਜਾਣਦਾ ਹੈ। ਅਸੀਂ ਤਨ ਕਰਕੇ ਭਾਵੇਂ ਅਰੋਗ ਹੋਈਏ, ਤੰਦਰੁਸਤ ਹੋਈਏ, ਚੰਗੇ ਭਲੇ ਹੋਈਏ, ਪਰ ਜੇ ਅੰਦਰੋਂ ਮਨ ਦੀ ਹਾਲਤ ਮਾੜੀ ਹੈ ਤੇ ਉਹ ਜਾਣਦਾ ਹੈ। ਸਾਡੀ ਨੀਅਤ ਸਾਫ਼ ਹੈ ਕਿ ਨੀਅਤ ਮਾੜੀ ਹੈ ਉਹ ਜਾਣਦਾ ਹੈ। ਸਾਡੇ ਅੰਦਰ ਨੀਅਤ ਵਿੱਚ ਖੋਟ ਹੈ ਕਿ ਨੀਅਤ ਸਾਡੀ ਖਰੀ ਹੈ ਉਹ ਜਾਣਦਾ ਹੈ। ਅਸੀਂ ਅੰਦਰੋਂ ਚੰਗਾ ਸੋਚ ਰਹੇ ਹਾਂ ਕਿਸੇ ਪ੍ਰਥਾਈ ਕਿ ਮਾੜਾ ਸੋਚ ਰਹੇ ਹਾਂ ਉਹ ਜਾਣਦਾ ਹੈ। ਬਿਨ ਬੋਲਿਆਂ ਸਭ ਕੁਝ ਜਾਣਦਾ। ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਕਹਿੰਦੇ ਬਹੁਤਾ ਬੋਲਣ ਦੀ ਕੀ ਲੋੜ ਹੈ, ਐਵੇਂ ਝਾਕੀ ਮਾਰਨਾ। ਉਹ ਜਿਹਨੂੰ ਸੁਣਾਉਣੀ ਆ ਆਪਣੀ ਦਰਦ ਪੀੜਾ ਉਹ ਤੇ ਬਿਨ ਬੋਲੇ ਉਹ ਸਾਰਾ ਕੁਝ ਬਿਨ ਬੋਲਿਆਂ ਹੀ ਜਾਣ ਲੈਂਦਾ ਹੈ। ਜਿਨ ਕੰਨ ਕੀਤੇ ਅੱਖੀ ਨਾਕ। ਕਿਉਂ ਜਾਣ ਲੈਂਦਾ ਹੈ? ਕਿਉਂਕਿ ਇਹ ਰੂਪ ਰੰਗ ਆਕਾਰ ਉਹਦਾ ਹੀ ਬਣਾਇਆ ਹੋਇਆ ਹੈ। ਇਹ ਸਾਨੂੰ ਜੋ ਪਰਮੇਸ਼ਵਰ ਨੇ ਅੱਖ ਕੰਨ ਨੱਕ ਹੱਥ ਮੂੰਹ ਪੈਰ ਦਿੱਤੇ ਕਾਹਦੇ ਲਈ ਦਿੱਤੇ ਆ? ਇਸੇ ਲਈ ਦਿੱਤੇ ਆ ਵੀ ਤੁਸੀਂ ਮਨ ਕਰਕੇ ਕੋੜੀ ਨਾ ਹੋਵੋ, ਮਨ ਕਰਕੇ ਤੁਹਾਨੂੰ ਵਿਕਾਰਾਂ ਦੇ ਰੋਗ ਨਾ ਲੱਗਣ। ਇਹਨਾਂ ਰਾਹੀਂ ਤੁਸੀਂ ਆਪਣੇ ਜੀਵਨ ਦਾ ਬਚਾਅ ਕਰ ਸਕੋ। ਪਰ ਇਹਨਾਂ ਰਾਹੀਂ ਅਸੀਂ ਬਿਮਾਰ ਹੋ ਗਏ। ਸਾਨੂੰ ਪਤਾ ਹੀ ਨਹੀਂ ਵੀ ਅੱਖਾਂ ਕਾਹਦੇ ਲਈ ਦਿੱਤੀਆਂ, ਸਾਨੂੰ ਪਤਾ ਹੀ ਨਹੀਂ ਕੰਨ ਕਾਹਦੇ ਲਈ ਦਿੱਤੇ ਆ, ਸਾਨੂੰ ਪਤਾ ਹੀ ਨਹੀਂ ਜ਼ੁਬਾਨ ਇਹ ਬੋਲਣ ਵਾਲੀ ਜੀਭਾ ਕਾਹਦੇ ਲਈ ਦਿੱਤੀ ਹੈ, ਇਹ ਹੱਥ ਦਿੱਤੇ ਪੈਰ ਦਿੱਤੇ ਕਾਹਦੇ ਲਈ ਦਿੱਤੇ ਆ। ਇਹ ਧੰਨ ਗੁਰੂ ਅਮਰਦਾਸ ਜੀ ਨੇ ਦੱਸਿਆ। ਇਸ ਲਈ ਨਿਤਨੇਮ ਦੀ ਬਾਣੀਆਂ ਵਿੱਚ ਆਨੰਦ ਸਾਹਿਬ ਦੀ ਬਾਣੀ ਦਾ ਸੰਪੂਰਨ ਪਾਠ ਕਰਨਾ ਜ਼ਰੂਰੀ ਹੈ, ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਅੱਖਾਂ ਕਿਉਂ ਦਿੱਤੀਆਂ, ਕੰਨ ਕਿਉਂ ਦਿੱਤੇ, ਜ਼ੁਬਾਨ ਕਿਉਂ ਦਿੱਤੀ ਹੈ, ਫਿਰ ਇਹ ਮਨੁੱਖਾ ਦੇਹੀ ਕਿਉਂ ਦਿੱਤੀ ਹੈ। ਸਾਨੂੰ ਜਦੋਂ ਅਸੀਂ ਪਾਠ ਕਰਾਂਗੇ ਤੇ ਪਤਾ ਲੱਗੇਗਾ ਨਾ ਵੀ ਇਹ ਸਰਵਣੋ ਮੇਰੇ ਉਹ ਸੱਚ ਹੈ ਸੁਣਨੇ ਨੂੰ ਪਠਾਏ। ਫਿਰ ਪਤਾ ਲੱਗੇਗਾ ਵੀ ਕੰਨ ਜਿਹੜੇ ਸੁਣਦੇ ਆ ਇਹ ਤੇ ਸੱਚ ਸੁਣਨ ਲਈ ਬਣਾਏ ਸੀ। ਜਿਹੜੀਆਂ ਰਸਨਾਂ ਤੋਂ ਦੁਨੀਆ ਦੇ ਰਸ ਲੈਂਦੇ ਆ, ਇਹ ਦੁਨੀਆ ਦੇ ਵੱਖ-ਵੱਖ ਪਦਾਰਥਾਂ ਦੇ ਰਸ ਜਾਂ ਨਿੰਦਾ ਚੁਗਲੀ ਦੇ ਰਸ ਇਹ ਨਹੀਂ ਸੀ ਇਸ ਵਾਸਤੇ ਦਿੱਤੀ। ਇਹ ਜੀਭਾ ਦਿੱਤੀ ਸੀ ਮਾਲਕ ਦੇ ਨਾਮ ਦਾ ਰਸ ਲੈਣ ਲਈ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਫਿਰ ਪੂਰੀ ਦੀ ਪੂਰੀ ਬਾਡੀ ਨੂੰ ਹੀ ਕਹਿ ਦਿੱਤਾ, ਸਰੀਰ ਨੂੰ ਕਹਿ ਦਿੱਤਾ, ਇਹ ਸਰੀਰਾ ਮੇਰਿਆ ਇਸ ਜਗ में आए क्या तुद कर्म कमाया, क्या कर्म कमाया तुद शरीरा जां तू जग में आया, जिन हर तेरा रचन रचिया सो हर मन न वसाया। जिन्हें तेरी रचना की जिन कन्न कीते अखी नाक, जिन्हें कन्न बनाई सुनने वास्ते, जिन्हें तेरिया अखां देखने वास्ते बनाइया, नक सुगंधी लैण वास्ते, साह लैण वास्ते, तेरी नासिका उस मल। ये भांडा किने साजिया घड़िया है, ये उस परमेश्वर ने। ते गुरु साहब जी तो पुछदे आ भी की वजह की कारण है, तेरा परमेश्वर ने की बिगाड़िया जो तू उन्होंने चेते नहीं करता। सो क्यों विसरै, तू क्यों उन्होंने विसार के बैठा हुआ है जिन्हें सब कुछ दिया, जिन्हें तेनों सब कुछ दिता, हथ पैर मूँह नक कन्न सही सलामत दिते है। फिर सो क्यों विसरै, क्यों तू उन्होंने विसार के बैठा है। इत्थे महाराज जी कहते जिन कन्न कीते अखी नाक, तेनों कन्न दिते अखां दित्तियां, सवास लई इन्हां नूं नासका दित्ती है। जिन जेबा दित्ती बोले तात, और तेनों ये जेबा दित्ती है सच बोलण वास्ते, भी तू अपनी जुबान तो सच जिहड़ा वो बोल, भाव सच्चे दा नाम बोल, सच्चे दी सिफत करिया कर, सच्चे दे नाम का सिमरन करिया कर। जिहड़ी तेरी बोल दित्ती हुई जुबान बोलदी है ना, तात मैंने जल्दी जल्दी जो तू बोलदा है, छेती छेती बोलदा है, ये बोलण दी ताकत मालिक ने दित्ती है। जिन मन रखिया अग्नि पाए, और जिन्हें तेनों अग्नि विच भी बचा के रखिया। सब तो पहला ते माता दे पेट दी अग्नि चों बचाया।
9 ਮਹੀਨੇ ਬੱਚਾ ਮਾਤਾ ਦੇ ਪੇਟ ਵਿੱਚ ਰਿਹਾ ਤੇ ਪੇਟ ਵਿੱਚ ਅਗਨੀ ਹੁੰਦੀ ਹੈ। ਜੈਸੀ ਅਗਨ ਉਦਰ ਮੈਂ ਉਦਰ ਕੀ ਹੈ ਪੇਟ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਮਾਤਾ ਦੇ ਪੇਟ ਦੀ ਅਗਨੀ ਤੋਂ ਬਚ ਗਿਆ, ਬਾਹਰ ਸੰਸਾਰ ਵਿੱਚ ਵਿਕਾਰਾਂ ਦੀ ਅਗਨੀ 'ਚ ਝੁਲਸ ਗਿਆ। ਕਿਉਂਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਕਹਿੰਦੇ ਉੱਥੇ ਤੈਨੂੰ ਰੱਖਿਆ ਸੀ, ਤੂੰ ਕਿਉਂ ਉਹ ਭੁੱਲ ਗਿਆ ਸਮਾਂ। ਜਿਨ ਮਨ ਰੱਖਿਆ ਅਗਨੀ ਪਾਏ, ਅਗਨੀ ਵਿੱਚ ਜਿਹਨੇ ਤੇਰੇ ਮਾਨਸਿਕ ਹਾਲਤ ਨੂੰ, ਤੈਨੂੰ ਸੰਸਾਰ ਦੇ ਇਸ ਵਿਕਾਰਾਂ ਦੀ ਅਗਨੀ ਤੋਂ, ਪੇਟ ਦੀ ਅਗਨੀ ਤੋਂ ਜਿਹਨੇ ਤੈਨੂੰ ਬਚਾ ਕੇ ਰੱਖਿਆ। ਵਾਜੈ ਪਵਨ ਆਖੇ ਸਭ ਜਾਏ, ਤੇਰਾ ਵਾਜਾ ਵਜਿਆ। ਪਵਨ ਮੈਨੇ ਹਵਾ, ਹਵਾਦਾਰ ਤੇ ਸੁਆਸ। ਜਦੋਂ ਤੂੰ ਜਨਮ ਲਿਆ ਤੇ ਸਾਹ ਚੱਲ ਪਿਆ ਤੇਰਾ, ਜਦੋਂ ਸਾਹ ਚੱਲਿਆ ਤੇ ਤੇਰਾ ਵਾਜਾ ਵੱਜਣ ਲੱਗ ਪਿਆ। ਬੱਚਾ ਜਨਮ ਲੈਂਦਿਆਂ ਸਾਰੀ ਰੋਣ ਲੱਗ ਪਿਆ, ਰੋਣ ਦੀ ਆਵਾਜ਼ ਆਉਣ ਲੱਗ ਪਈ। ਇਹ ਵਾਜਾ ਹੀ ਸੀ ਨਾ, ਜਨਮ ਲੈਂਦਿਆਂ ਵੱਜਣ ਲੱਗ ਗਿਆ। ਉਸ ਮਾਲਕ ਨੇ ਇਹ ਵਾਜਾ ਜਿਹੜਾ ਸਾਡਾ ਸਵਾਸਾਂ ਦਾ, ਕਿਉਂਕਿ ਹਵਾ ਤੋਂ ਬਿਨਾਂ ਤੇ ਹਾਰਮੋਨੀਅਮ ਵੀ ਨਹੀਂ ਵੱਜਣਾ, ਹਵਾ ਤੋਂ ਬਿਨਾਂ ਤੇ ਬਾਂਸਰੀ ਵੀ ਨਹੀਂ ਵੱਜਣੀ, ਉਹਦੇ ਲਈ ਵੀ ਹਵਾ ਚਾਹੀਦੀ ਹੈ, ਹਾਰਮੋਨੀਅਮ ਵਾਸਤੇ ਵੀ ਹਵਾ ਚਾਹੀਦੀ ਹੈ, ਸਾਨੂੰ ਵੀ ਵੱਜਣ ਬੋਲਣ ਵਾਸਤੇ ਸਵਾਸ ਚਾਹੀਦੇ ਆ। ਮੁਰਦਾ ਨਹੀਂ ਬੋਲਦਾ ਕਦੇ। ਡੈਡ ਬੋਡੀ ਪਈ ਹੋਵੇ ਨਾ, ਅਸੀਂ ਉਹਨੂੰ ਰੋ ਕੇ ਕਹਿੰਦੇ ਆ ਬੋਲ ਕੁਛ ਤਾਂ ਬੋਲ, ਉਹ ਬੋਲਦਾ ਹੀ ਨਹੀਂ, ਕਿਉਂਕਿ ਉਹਦੇ ਸਵਾਸ ਹੀ ਨਹੀਂ ਰਹੇ ਜਿਹੜੇ ਜਿਹਦੇ ਰਾਹੀਂ ਉਹਨੇ ਬੋਲਣਾ ਸੀ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਇਹ ਸਾਰੀ ਖੇਡ ਕਰਤੇ ਨੇ ਬਣਾਈ ਹੈ। ਸਭ ਜੀ ਕਹਿੰਦੇ ਨੇ ਵਾਜਾ ਹੈ ਪਵਨ ਆਖੈ ਸਭ ਜਾਏ। ਆ ਤੇਰਾ ਵਾਜਾ ਬੋਲਣ ਦਾ ਵੱਜਿਆ, ਸਾਰਿਆਂ ਨੂੰ ਤੂੰ ਇਹ ਬੋਲ ਕੇ ਜੋ ਆਖ ਰਿਹਾ ਸੁਣਾ ਰਿਹਾ ਹੈ। ਜੇਤਾ ਮੋਹ ਪ੍ਰੀਤ ਸਵਾਦ, ਪਰ ਇੱਕ ਗੱਲ ਧਿਆਨ ਵਿੱਚ ਰੱਖਿਓ, ਇਹ ਸੰਸਾਰ ਵਿੱਚ ਜਿੰਨਾ ਮੋਹ ਪਾ ਲਿਆ ਨਾ ਸੰਸਾਰ ਨਾਲ, ਤੇ ਜਿੰਨੀ ਸੰਸਾਰ ਨਾਲ ਪ੍ਰੀਤ ਪਾ ਲਈ, ਤੇ ਜਿੰਨੇ ਅਸੀਂ ਦੁਨੀਆ ਦੇ ਸਵਾਦ, ਇਹ 3 ਚੀਜ਼ਾਂ ਧਿਆਨ 'ਚ ਰੱਖਿਓ, ਮੋਹ ਪ੍ਰੀਤ ਸਵਾਦ। ਆ ਜਿੰਨਾ ਸੰਸਾਰ ਨਾਲ ਮੋਹ, ਜਿੰਨਾ ਸੰਸਾਰ ਨਾਲ ਪ੍ਰੀਤ, ਜਿੰਨੇ ਸੰਸਾਰ 'ਚ ਆਪਾਂ ਸਵਾਦ ਆਪਣੇ ਜੀਵਨ ਵਿੱਚ ਲਾਏ ਹਨ, ਸਭਾ ਕਲਕ ਦਗਾ ਦਾਗ, ਇਹ ਸਾਰੇ ਕਲਖ ਨਾਲ ਭਰੇ ਹੋਏ ਨੇ। ਇਹ ਤੁਹਾਡੇ ਆਚਰਣ ਨੂੰ ਦਾਗੀ ਕਰ ਦੇਣਗੇ, ਇਹ ਤੁਹਾਡੇ ਕਰੈਕਟਰ ਨੂੰ ਮੈਲਾ ਕਰ ਦੇਣਗੇ, ਇਹ ਤੁਹਾਡਾ ਆਚਰਣ ਮੈਲਾ ਕਰ ਦੇਣਗੇ। ਜਿੰਨਾ ਮੋਹ ਤੁਹਾਡਾ ਸੰਸਾਰ ਨਾਲ ਵਧੇਗਾ, ਉਨਾ ਸਾਡਾ ਆਚਰਣ ਵੀ ਮੈਲਾ ਹੋਏਗਾ। ਜਿੰਨੀ ਪ੍ਰੀਤ ਦੁਨੀਆ ਨਾਲ ਵਧੇਗੀ, ਜਿੰਨਾ ਪ੍ਰੇਮ ਦੁਨੀਆ ਨਾਲ ਵਧੇਗਾ, ਉਨਾ ਸਾਡਾ ਆਚਰਣ ਵੀ ਮੈਲਾ ਹੋਏਗਾ। ਔਰ ਜਿੰਨੇ ਅਸੀਂ ਸਵਾਦ ਭੋਗਣੇ ਆ ਅੱਖਾਂ ਰਾਹੀਂ, ਕੰਨਾਂ ਰਾਹੀਂ, ਇੰਦਰੀਆਂ ਰਾਹੀਂ, ਇਹ ਕੀ ਹੈ ਸਭਾ ਕਲਖ, ਇਹ ਸਭ ਕਲਖ ਨਾਲ ਭਰਿਆ। ਦਾਗਾ ਦਾਗ ਜਿਹਨੇ ਸਾਡੇ ਜੀਵਨ ਨੂੰ ਦਾਗਦਾਰ ਕਰ ਦੇਣਾ ਹੈ। ਦਾਗ ਦੋਸ਼ ਮੋਚ ਲਿਆ ਲਾਏ, ਫਿਰ ਇਹ ਦਾਗ ਜਦੋਂ ਲੱਗ ਜਾਣਾ ਨਾ, ਫਿਰ ਇਹ ਦੋਸ਼ ਜਦੋਂ ਦੋਸ਼ ਮੜਿਆ ਜਾਣਾ। ਦੋਸ਼ ਕੀ ਹੈ? ਜੈਤਨ ਬਾਣੀ ਵਿਸਰ ਜਾਏ। ਦੋਸ਼ ਕੀ ਹੈ? ਮਨੁੱਖਾ ਜਨਮ ਮਿਲਿਆ ਸੀ, ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ। ਇਹ ਜਿਹੜਾ ਕੁਫਕੜੇ ਭੈੜੇ ਕੰਮਾਂ 'ਚ ਲੱਗਾ, ਇਹ ਦੋਸ਼ ਲੱਗ ਗਿਆ। ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ, ਤੇ ਇਹ ਦੋਸ਼ੀ ਕਰਾਰ ਦਿੱਤਾ ਗਿਆ। ਇਹਨੂੰ ਮਨੁੱਖਾ ਜਨਮ ਵਿੱਚ ਬੰਦਗੀ ਕਰਨ ਭੇਜਿਆ ਸੀ, ਬੰਦਗੀ ਕੀਤੀ ਕੋਈ ਨਹੀਂ। ਇਹਨੂੰ ਨਾਮ ਦਾ ਲਾਹਾ ਲੈਣ ਭੇਜਿਆ ਸੀ, ਨਾਮ ਦਾ ਲਾਹਾ ਲਿਆ ਹੀ ਨਹੀਂ, ਹੁਣ ਇਹ ਦੋਸ਼ੀ ਹੈ। ਇਹਦਾ ਲੇਖਾ ਜਦੋਂ ਮੰਗਿਆ ਜਾਣਾ, 4 ਗਵਾਇਆ ਹੰਡ ਕੇ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕਿਹੜੇ ਕੰਮ, ਉਦੋਂ ਦੋਸ਼ੀ ਕਰਾਰ ਦਿੱਤਾ ਜਾਏਗਾ। ਫਿਰ ਜਦੋਂ ਦੋਸ਼ੀ ਕਰਾਰ ਦਿੱਤਾ ਜਾਏਗਾ, ਮੂੰਹ ਜਿਹੜਾ ਹਾਹਾ ਹੈ ਉਹਨੂੰ ਸਿਆਰੀ ਲੱਗੀ ਹੋਈ ਆ ਮੂੰਹ ਉੱਤੇ, ਫਿਰ ਇਹਦੇ ਮੂੰਹ ਉੱਤੇ ਦਾਗ ਲੱਗ ਜਾਣਾ ਵਿਕਾਰਾਂ ਦਾ। ਚੱਲਿਆ ਇਹ ਦਾਗ ਲਾ ਕੇ ਚੱਲੇ, ਇਹ ਫਿਰ ਮੁੱਖ ਉਜਲ ਨਹੀਂ ਹੋਣਾ ਉਹਦੇ ਘਰ ਵਿੱਚ। ਅਸੀਂ ਰੋਜ਼ ਪੜ੍ਹਦੇ ਹਾਂ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁੱਖ ਉਜਲੇ। ਸਾਡੀ ਜਿੰਦ ਦੇ ਬਾਹਰ ਦਾ ਮੁੱਖ ਤੇ ਮਿੱਟੀ 'ਚ ਖਤਮ ਹੋ ਜਾਣਾ। ਇਹ ਬਾਹਰ ਦਾ ਚਿਹਰਾ ਨਹੀਂ ਹੈ, ਬਾਹਰ ਦਾ ਚਿਹਰਾ ਤੇ ਮਿੱਟੀ ਵਿੱਚ ਮਿੱਟੀ ਹੋ ਜਾਣਾ। ਅੰਦਰ ਸਾਡੀ ਜਿੰਦ ਦਾ ਮੁੱਖ ਉਜਲ ਹੋਣਾ ਮਾਲਕ ਦੇ ਦਰ ਤੇ। ਤੇ ਜੇ ਉਹਦੇ ਮੁੱਖ ਤੇ ਦਾਗ ਲੱਗੇ ਹੋਣਗੇ, ਧੱਬੇ ਹੋਣਗੇ, ਵਿਕਾਰਾਂ ਦੀ ਸ਼ਾਹੀ ਲੱਗੀ ਹੋਏਗੀ, ਫਿਰ ਉਹ ਕੀ ਮੂੰਹ ਲੈ ਕੇ ਜਾਏਗਾ? ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਅਸੀਂ ਬਾਹਰੋਂ ਕਿਤੇ ਸਾਡੇ ਫੇਸ ਤੇ ਮਾੜੀ ਜੀ ਕਿਤੇ ਕਲਖ ਲੱਗ ਜਾਏ, ਅਸੀਂ ਮੂੰਹ ਲਕੋ ਲੈਂਦੇ ਹਾਂ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ ਮੇਰੇ ਮੂੰਹ ਤੇ ਕਲਖ ਲੱਗੀ ਹੈ। ਕਿੰਨਾ ਸ਼ਰਮਿੰਦਾ ਹੋਣਾ ਪਏਗਾ। ਜੇ ਕਿਤੇ ਸਾਡੇ ਮੁੱਖ ਦੇ ਤੇ ਚਮੜੀ ਤੇ ਕੋਈ ਦਾਗ ਪੈ ਜਾਏ, ਕੋਈ ਸ਼ਾਹੀਆਂ ਪੈ ਜਾਣ, ਕਿੰਨਾ ਬਚਾ ਅਸੀਂ ਕਰਦੇ ਹਾਂ, ਕਿੰਨਾ ਉਹ ਟ੍ਰੀਟਮੈਂਟ ਕਰਦੇ ਹਾਂ ਵੀ ਚਿਹਰਾ ਸਾਫ਼ ਹੋ ਜਾਏ ਸਾਡਾ। ਕੀ ਮੂੰਹ ਵਿਖਾਵਾਂਗੇ 4 ਬੰਦਿਆਂ 'ਚ? ਪਰ ਇਹ ਭੁੱਲ ਗਏ ਵੀ ਜਿੱਦਣ ਉਹਨੇ ਲੇਖਾ ਮੰਗਿਆ ਉਸ ਦਿਨ ਕਿਹੜਾ ਮੂੰਹ ਦਿਖਾਵਾਂਗੇ। ਉਸ ਦਿਨ ਤਾਂ ਫਿਰ ਦਾਗੋਦਾਰ ਹੋਇਆ ਪਿਆ ਹੋਣਾ, ਦਾਗ ਨਾਲ ਭਰਿਆ ਪਿਆ ਹੋਣਾ, ਸ਼ਾਹੀ ਕਲਖ ਲੱਗੀ ਪਈ ਹੋਣੀ ਹੈ, ਉੱਥੇ ਮੂੰਹ ਕਾਲਾ ਹੋਇਆ ਪਿਆ ਹੋਣਾ। ਇਸ ਲਈ ਗੁਰੂ ਮਹਾਰਾਜ ਜੀ ਕਹਿੰਦੇ ਆ, ਜਿੰਨਾ ਤੂੰ ਸੰਸਾਰ ਨਾਲ ਮੋਹ ਪਿਆਰ ਪਾ ਲਿਆ, ਇਹ ਕਲਖ ਨਾਲ ਭਰਿਆ। ਫਿਰ ਕੀ ਹੋਏਗਾ? ਜਦੋਂ ਤੂੰ ਚੱਲੇਗਾ ਨਾ ਉਸ ਮਾਲਕ ਦੇ ਘਰ ਵੱਲ, ਫਿਰ ਇਹ ਦੋਸ਼ ਜਿਹੜਾ ਤੇਰੇ ਤੇ ਮੜਿਆ, ਉਹ ਦਾਗ ਤੇਰੇ ਧੱਬੇ ਤੇਰੇ ਲੱਗੇ ਹੋਣਗੇ, ਉਹ ਮੂੰਹ ਲੈ ਕੇ ਤੈਨੂੰ ਚੱਲਣਾ ਪੈਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਲਈ ਮਹਾਰਾਜ ਕਹਿੰਦੇ ਨੇ ਫਿਰ ਦਾਗ ਦੋਸ਼ ਮੋਹ ਚੱਲਿਆ ਲਾਏ। ਇਹ ਜਿਹੜਾ ਦੋਸ਼ ਹੈ ਇਹਨੇ ਦਾਗ ਲਾਉਣਾ, ਫਿਰ ਤੈਨੂੰ ਉਸ ਦਾਗ ਵਿੱਚ ਜਿਹੜਾ ਤੂੰ ਦਾਗੀ ਹੋ ਜਾਣਾ ਨਾ, ਉਹਦੇ ਨਾਲ ਤੈਨੂੰ ਚੱਲਣਾ ਪੈਣਾ ਹੈ। ਦਰਗਹਿ ਬੈਸਣ ਨਹੀਂ ਜਾਏ, ਜਦੋਂ ਅਸੀਂ ਦਾਗੀ ਹੋ ਕੇ ਜਾਵਾਂਗੇ, ਜਦੋਂ ਆਚਰਣ ਦੇ ਮੈਲੇ ਹੋ ਕੇ ਜਾਵਾਂਗੇ, ਜਦੋਂ ਕਰੈਕਟਰਲੈਸ ਹੋ ਕੇ ਜਾਵਾਂਗੇ, ਤੇ ਫਿਰ ਕੀ ਮਾਲਕ ਦੇ ਦਰ ਤੇ ਸਾਨੂੰ ਫੁੱਲਾਂ ਦੇ ਹਾਰ ਮਿਲਣਗੇ? ਕਿ ਉੱਥੇ ਮਾਲਕ ਜੀ ਸਾਨੂੰ ਗੱਲ ਨਾਲ ਲਾਉਣਗੇ ਵੀ ਤੂੰ ਬੜੇ ਚੰਗੇ ਕੰਮ ਕਰਕੇ ਆਇਆ? ਉਹ ਸਾਨੂੰ ਗਲਵਕੜੀ ਵਿੱਚ ਲੈਣਗੇ ਵੀ ਤੂੰ ਬੜੇ ਚੰਗੇ ਕੰਮ ਕਰਕੇ ਸਮਾਜ ਵਿੱਚ ਆਇਆ? ਨਹੀਂ। ਉੱਥੇ ਮਹਾਰਾਜ ਕਹਿੰਦੇ ਦਰਗਹਿ ਬੈਸਣ ਨਹੀਂ ਜਾਏ। ਉੱਥੇ ਕੀ ਹੋਏਗਾ? ਖੋਟਾ ਸੱਟੀਆ ਬਾਹਰ। ਉੱਥੇ ਕਹਿਣਾ ਤੈਨੂੰ ਦਾਗ, ਤੂੰ ਕਰੈਕਟਰਲੈਸ ਹੈ, ਤੂੰ ਆਚਰਣ ਦਾ ਮੈਲਾ ਹੈ, ਉੱਥੋਂ ਬਾਹਰ ਕੱਢ ਦਿੱਤਾ ਜਾਣਾ। ਉਹਦੀ ਦਰਗਾਹ ਵਿੱਚ ਢੋਈ ਨਹੀਂ ਮਿਲਣੀ। ਖਰੇ ਖਜ਼ਾਨੇ ਪਾਈ ਹੈ, ਜਿਹੜੇ ਖਰੇ ਹੋਣਗੇ ਨਾ, ਖਰੇ ਜਿਨ੍ਹਾਂ ਦੇ ਆਚਰਣ ਚੰਗੇ ਹੋਣਗੇ, ਜਿਨ੍ਹਾਂ ਦਾ ਕਰੈਕਟਰ ਚੰਗਾ, ਸੱਚੇ ਸੁੱਚੇ ਜੀਵਨ ਵਾਲੇ ਹੋਣਗੇ, ਸਚਿਆਰ, ਉਹਨਾਂ ਨੂੰ ਤੇ ਮਾਲਕ ਨੇ ਗੱਲ ਨਾਲ ਲਾ ਕੇ ਆਪਣੀ ਦਰਗਾਹ ਵਿੱਚ ਥਾਂ ਦੇ ਦੇਣੀ ਆ। ਪਰ ਖੋਟੇ ਸੱਟੀਆ ਬਾਹਰ। ਉੱਥੇ ਫਿਰ ਅੱਜ ਬੰਦਾ ਕਹਿੰਦਾ ਕੋਈ ਨਹੀਂ, ਮਾੜਾ ਕੰਮ ਕੀਤਾ ਕੋਈ ਨਾ ਕੋਈ ਦੇਖਦਾ, ਪਰ ਜਿਹਨੇ ਸਾਡੇ ਜੀਵਨ ਦਾ ਲੇਖਾ ਕਰਨਾ ਉਹ ਤੇ ਨਾਲ ਦੇਖ ਹੀ ਰਿਹਾ ਨਾ, ਉਹਦੇ ਤੋਂ ਤਾਂ ਕੁਝ ਨਹੀਂ ਛੁਪਿਆ ਹੋਇਆ। ਜੇ ਉਹਦੇ ਕੋਲੋਂ ਵੀ ਛੁਪ ਗਿਆ ਤੇ ਫਿਰ ਸਾਡਾ ਲੇਖਾ ਕੌਣ ਕਰੇਗਾ? ਫਿਰ ਇਨਸਾਫ ਕਿੱਥੇ ਮਿਲੇਗਾ? ਅੱਜ ਸਮਾਜ ਵਿੱਚ ਕੀ ਹੁੰਦਾ? ਮਾੜਾ ਕਰਮ ਕੋਈ ਕਰਦਾ, ਸਜ਼ਾ ਕੋਈ ਭੁਗਤਦਾ ਪਿਆ। ਮਾੜਾ ਕੰਮ ਕਿਸੇ ਨੇ ਕੀਤਾ, ਪਰ ਝੂਠੀਆਂ ਸਿਫਾਰਿਸ਼ਾਂ ਦੇ ਕੇ, 4 ਪੈਸੇ ਦੇ ਕੇ ਸਜ਼ਾ ਕਿਸੇ ਹੋਰ ਨੂੰ ਮਿਲ ਗਈ। ਪਰ ਉਸ ਮਾਲਕ ਦੇ ਘਰ ਵਿੱਚ ਐਸਾ ਨਹੀਂ ਹੋਣਾ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਉਹ ਸੱਚਾ ਹੈ ਉਹਦਾ ਤਖਤ, ਉਹਦੇ ਘਰ ਵਿੱਚ ਨਿਆਂ ਵੀ ਸੱਚਾ ਹੁੰਦਾ ਹੈ। ਉੱਥੇ ਫਿਰ ਜੋ ਅਸੀਂ ਕਰਮ ਕੀਤਾ ਉਹਦਾ ਫਲ ਵੀ ਸਾਨੂੰ ਹੀ ਭੋਗਣਾ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਸ ਲਈ ਮਹਾਰਾਜ ਜੀ ਕਹਿੰਦੇ ਧਿਆਨ ਰੱਖਿਓ, ਦਾਗ ਦੋਸ਼ ਮੋਹ ਚੱਲਿਆ ਲਾਏ। ਜਿਹੜਾ ਆਪਣੇ ਮੂੰਹ ਤੇ ਦਾਗ ਲਾ ਕੇ ਚੱਲਿਆ ਵਿਕਾਰਾਂ ਦੇ, ਦਰਗਹਿ ਬੈਸਣ ਨਹੀਂ ਜਾਏ। ਉਹਨੂੰ ਦਰਗਾਹ ਦੇ ਵਿੱਚ ਮਾਲਕ ਦੇ ਘਰ ਵਿੱਚ ਬੈਠਣ ਨੂੰ ਥਾਂ ਨਹੀਂ ਮਿਲਦੀ ਹੈ। ਕਰਮ ਮਿਲਾਇ ਆਖਣ ਤੇਰਾ ਨਾਮ, ਪਰ ਨਾਲ ਇੱਕ ਬੜੀ ਵੱਡੀ ਬਖਸ਼ਿਸ਼ ਵੀ ਦੇ ਦਿੱਤੀ ਵੀ ਜੇ ਸਾਡਾ ਜੀਵਨ, ਸਾਡਾ ਆਚਰਣ ਮੈਲਾ ਹੈ, ਜੇ ਅਸੀਂ ਵਿਕਾਰਾਂ ਵਿੱਚ ਪਏ ਹੋਏ ਹਾਂ, ਅੰਦਰੋਂ ਮੈਲੇ ਕੁਚੀਲ ਹੋ ਚੁੱਕੇ ਹਾਂ, ਤੇ ਡਰਨ ਦੀ ਲੋੜ ਨਹੀਂ ਹੈ। ਅਜੇ ਤੁਹਾਡੇ ਕੋਲ ਮੌਕਾ ਹੈ, ਆਪਣੀ ਮੈਲ ਧੋ ਸਕਦੇ ਹੋ, ਅਜੇ ਆਪਣਾ ਆਚਰਣ ਸਾਫ਼ ਸੁਥਰਾ ਕਰ ਸਕਦੇ ਹੋ, ਬੇਦਾਗ ਹੋ ਸਕਦੇ ਹੋ। ਮੌਕਾ ਹੈ ਸਾਡੇ ਕੋਲ। ਅਜੇ ਸਾਹ ਚੱਲਦਾ ਨਾ, ਤੇ ਅਸੀਂ ਗੁਰੂ ਦਰ ਤੇ ਆ ਸਕਦੇ ਹਾਂ। ਸਾਹ ਚੱਲਦਾ ਹੈ, ਸੰਗਤ ਵਿੱਚ ਆ ਸਕਦੇ ਹਾਂ, ਆ ਕੇ ਅਰਦਾਸਾਂ ਬੇਨਤੀਆਂ ਕਰੀਏ ਕਿ ਮਹਾਰਾਜ ਜੀ ਅਬ ਕੀ ਬਾਰ ਬਖਸ਼ ਬੰਦੇ ਕੋ,
ਬਹਰ ਨਾ ਭਵ ਜਲ ਫੇਰਾ। ਇਸ ਵਾਰ ਬਖਸ਼ ਦਿਓ, ਸਾਡੇ ਪਿਛਲੇ ਅਵਗਣ ਬਖਸ਼ ਕੇ ਸਾਡੇ ਤੇ ਮਿਹਰ ਦਾ ਹੱਥ ਰੱਖ ਦਿਓ। ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣਾ ਆ, ਅਸੀਂ ਆਪਣੇ ਗੁਨਾਹ ਕਬੂਲ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਨੇ ਤੇਰੇ ਸਾਰੇ ਪਾਪ ਧੋਤੇ ਜਾ ਸਕਦੇ ਆ, ਪਰ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਫਿਰ ਕੀ ਹੋਏਗਾ? ਕਰਮ ਮਿਲੇ ਆਖਣ ਤੇਰਾ ਨਾਮ। ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਜਦੋਂ ਤੇਰੀ ਤੁਹਾਡੀ ਕਿਰਪਾ ਦੇ ਨਾਲ ਨਾਮ ਦੀ ਦਾਤ ਜਿਹਨੂੰ ਮਿਲ ਜਾਵੇਗੀ, ਜਿਤ ਲਗ ਤਰਨਾ ਗੁਰ ਨਹੀਂ ਥਾਂ। ਜਿਸ ਨਾਮ ਨਾਲ ਲੱਗ ਕੇ ਹੀ ਤਰਿਆ ਜਾਣਾ, ਹੋਰ ਕੋਈ ਥਾਂ ਕੋਈ ਉਪਾਅ ਨਹੀਂ ਹੈ ਦੂਜਾ। ਪਰ ਇਹ ਮਤ ਪਾਪਾਂਗੇ ਸੰਗੋ ਤੋਪੇ ਨਵੇਂ ਕੇ ਰੰਗ। ਜਿਹੜੀ ਅੰਦਰ ਪਾਪ ਦੀ ਮੈਲ ਹੈ ਉਹ ਕੇਵਲ ਨਾਮ ਨਾਲ ਧੋਤੀ ਜਾਣੀ ਹੈ, ਉਹ ਕਿਸੇ ਕਬਰ ਮੜੀ ਮਸਾਨ ਕੋਲ ਬੈਠ ਕੇ ਨਹੀਂ ਧੋਤੀ ਜਾਣੀ। ਇਸ ਲਈ ਮਹਾਰਾਜ ਕਹਿੰਦੇ ਨੇ ਜਿਹਨੂੰ ਨਾਮ ਦੀ ਬਖਸ਼ਿਸ਼ ਮਿਲੀ ਹੈ, ਜਿਸ ਨਾਮ ਨਾਲ ਲੱਗ ਕੇ ਜੁੜ ਕੇ ਤਰਿਆ ਜਾ ਸਕਦਾ ਹੈ, ਹੋਰ ਨਹੀਂ ਥਾਂ, ਹੋਰ ਕੋਈ ਥਾਂ ਨਹੀਂ ਹੈ। ਇੱਕੋ ਇੱਕ ਮੇਰਾ ਮਾਲਕ ਹੈ ਜਿਹੜਾ ਤਾਰ ਸਕਦਾ ਹੈ। ਜੇ ਕੋ ਡੁੱਬੇ ਫਿਰ ਹੋਵੇ ਸਾਰ। ਇਸ ਲਈ ਨਿਰਾਸ਼ ਵੀ ਨਾ ਹੋਈਏ ਵੀ ਸਾਰੀ ਜ਼ਿੰਦਗੀ ਪਾਪ ਕੀਤੇ ਆ, ਹੁਣ ਕੀ ਹੋਏਗਾ, ਹੁਣ ਕੀ ਕਰਾਂਗੇ ਅਸੀਂ, ਹੁਣ ਤਾਂ ਉਮਰ ਜਿਹੜੀ ਲੰਘ ਗਈ ਸਾਡੀ, ਹੁਣ ਨਿਤਨੇਮ ਕਰਾਂਗੇ, ਕੀ ਕਰੀਏ, ਹੁਣ ਪਾਠ ਕਰਾਂਗੇ, ਕੀ ਕਰੀਏ। ਮਹਾਰਾਜ ਕਹਿੰਦੇ ਘਬਰਾਓ ਨਾ, ਜੇ ਕੋਈ ਡੁੱਬਣ ਦੇ ਕਿਨਾਰੇ ਵੀ ਪਿਆ ਨਾ, ਡੁੱਬਣ ਦੇ ਬਸ ਮਾੜਾ ਜਿਹਾ ਫਰਕ ਹੈ ਵੀ ਹੁਣੇ ਡੁੱਬ ਹੀ ਜਾਣਾ ਹੈ, 1 ਇੰਚ ਉੱਪਰ ਹੈ, ਬਾਕੀ ਸਭ ਡੁੱਬਿਆ ਹੀ ਪਿਆ। ਤੇ ਜੇ ਉੱਥੇ ਵੀ ਕਰਤਾਰ ਚੇਤੇ ਆ ਜਾਏ ਨਾ, ਤਾਂ ਉਹ ਡੁੱਬਦਿਆਂ ਨੂੰ ਵੀ ਤਾਰ ਲੈਂਦਾ ਹੈ। ਬਸ ਉਹ ਅਖੀਰਲੇ ਕਹਿ ਲਓ ਕਿ ਅਖੀਰਲੇ ਦਮ ਤੇ ਵੀ ਉਹ ਪਾਰ ਉਤਾਰਾ ਕਰ ਸਕਦਾ ਹੈ, ਜੇ ਉਹ ਤੁਰ ਜਾਵੇ ਤਾਂ। ਬਸ ਕਰਨਾ ਕੀ ਹੈ? ਅਰਦਾਸ ਕਰੋ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਗੁਰੂ ਪਾਤਸ਼ਾਹ ਸਾਡੀ ਡੁੱਬਦਿਆਂ ਦੀ ਬਾਹ ਪਕੜ ਲਓ, ਕਿਉਂਕਿ ਤੁਸੀਂ ਹੀ ਹੋ ਬਾਹਾਂ ਪਕੜ ਗੁਰ ਕੱਢਿਆ। ਤੁਸੀਂ ਹੀ ਹੋ ਜੇ ਸਾਡੀ ਬਾਹ ਪਕੜ ਕੇ ਸਾਨੂੰ ਇਸ ਭਵਜਲ ਚੋਂ ਡੁੱਬਣ ਤੋਂ ਬਚਾ ਸਕਦੇ ਹੋ। ਜਿੰਨੇ ਵੀ ਅਸੀਂ ਕਹਿੰਦੇ ਹਰਿ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾ ਹੂੰ ਗਤ ਪਾਈ। ਅਜਾਮਲ ਸਾਰੀ ਉਮਰ ਪਾਪ ਕੀਤੇ ਆ, ਪਰ ਜਦੋਂ ਹੀ ਸਿਮਰਨ ਸ਼ੁਰੂ ਹੋਇਆ ਤੇ ਗਤੀ ਹੋ ਗਈ। ਸਾਰੀ ਉਮਰ ਗਣਕਾ ਪਾਪ ਕਰਦੀ ਰਹੀ, ਪਰ ਨਾਮ ਸਿਮਰਨ ਦੀ ਜੁਗਤੀ ਮਿਲ ਗਈ ਤੇ ਤਰ ਗਈ। ਇਸ ਲਈ ਹੁਣ ਦੇਖੋ, ਜਦੋਂ ਬਹੁਤ ਭਾਰੀ ਪੱਥਰ ਹੋਵੇ ਨਾ, ਬਹੁਤ ਭਾਰੀ ਪੱਥਰ, ਤੇ ਉਹ ਪਾਣੀ ਵਿੱਚ ਤਰ ਜਾਏਗਾ? ਨਹੀਂ ਤਰੇਗਾ। ਛੋਟਾ ਜਿਹਾ ਕੰਕਰ ਪਾ ਦਈਏ, ਉਹ ਨਹੀਂ ਤਰਦਾ, ਉਹ ਵੀ ਡੁੱਬ ਜਾਂਦਾ ਹੈ। ਪਰ ਜੇ ਕਿਤੇ ਲੱਕੜ ਦਾ ਸਹਾਰਾ ਮਿਲ ਜਾਏ ਤੇ ਬੜੇ ਬੜੇ ਪੱਥਰ ਵੀ ਬੇੜੀਆਂ ਜਹਾਜ਼ ਵਿੱਚ ਪਾਰ ਲੰਘ ਜਾਂਦੇ ਆ। ਲੋਹਾ, ਇੱਕ ਕਣ ਲੋਹੇ ਦਾ ਤੁਸੀਂ ਪਾਣੀ 'ਚ ਪਾਓ ਡੁੱਬ ਜਾਏਗਾ, ਪਰ ਉਸੇ ਲੋਹੇ ਨੂੰ ਲੱਕੜ ਨਾਲ ਜੋੜ ਦਿਓ ਤੇ ਲੋਹਾ ਤਰ ਜਾਏਗਾ, ਕਿਉਂਕਿ ਲੱਕੜ ਆਪ ਡੁੱਬਦੀ ਨਹੀਂ ਤੇ ਨਾਲ ਦੇ ਨੂੰ ਡੁੱਬਣ ਨਹੀਂ ਦਿੰਦੀ। ਇਹ ਸਤ ਸੰਗਤ ਮਿਲ ਜਾਏ ਤਾਂ ਫਿਰ ਇਹ ਸਤ ਸੰਗਤ ਉਹ ਹੈ ਜੋ ਸਾਨੂੰ ਡੁੱਬਦਿਆਂ ਨੂੰ ਵੀ ਪਾਰ ਲੰਘਾ ਸਕਦੀ ਹੈ। ਗੁਰੂ ਸਾਹਿਬ ਦੀ ਸੰਗਤ ਤੋਂ ਬਿਨਾਂ ਨਹੀਂ ਤਰਿਆ ਜਾਣਾ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਜਿੰਨੇ ਮਰਜ਼ੀ ਅਸੀਂ ਧਾਗੇ ਤਵੀਤ ਨਗ ਇਹਨਾਂ ਚੱਕਰਾਂ 'ਚ ਪਏ ਰਹੀਏ। ਮਤ ਕੋ ਭਰਮ ਭੁਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਕਿਉਂਕਿ ਇੱਕੋ ਇੱਕ ਜਹਾਜ਼ ਹੈ ਜਿਹਨੇ ਤੁਹਾਨੂੰ ਲੋਕ ਤੋਂ ਪਰਲੋਕ ਤੱਕ ਲੈ ਜਾਣਾ ਹੈ। ਇੱਕੋ ਇੱਕ ਜਹਾਜ਼ ਹੈ, ਦੁਨੀਆ ਵਿੱਚ ਕੋਈ ਦੂਜਾ ਐਸਾ ਜਹਾਜ਼ ਨਾ ਬਣਿਆ ਤੇ ਨਾ ਕੋਈ ਬਣਾ ਸਕਦਾ ਹੈ। ਇੱਕ ਸ਼ਹਿਰ ਤੋਂ ਦੂਜੇ, ਇੱਕ ਮੁਲਕ ਤੋਂ ਦੂਜੇ ਬੜੇ ਜਹਾਜ਼ ਨੇ, ਹਜ਼ਾਰਾਂ ਜਹਾਜ਼ ਨੇ ਜਿਹੜੇ ਰੋਜ਼ ਉੱਡਦੇ ਆ, ਰੋਜ਼ ਇੱਕ ਥਾਂ ਤੋਂ ਦੂਜੀ ਥਾਂ, ਪਰ ਇੱਕੋ ਇੱਕ ਜਹਾਜ਼ ਹੈ ਜਿਹੜਾ ਲੋਕ ਤੋਂ ਪਰਲੋਕ ਜਾਂਦਾ ਹੈ। ਉਹ ਕਿਹੜਾ ਹੈ? ਉਹ ਹੈ ਗੁਰ ਜਹਾਜ਼। ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਈ। ਉਹ ਆ ਜਹਾਜ਼ ਹੈ ਜਿੱਥੇ ਆਪਾਂ ਬੈਠੇ ਹਾਂ। ਇੱਥੇ ਤਰਨ ਵਾਸਤੇ ਹੀ ਆਏ ਹਾਂ। ਜਿਵੇਂ ਜਿਵੇਂ ਸਮਾਂ ਬਦਲ ਰਿਹਾ, ਸੋਚ ਬਦਲ ਰਹੀ, ਅਸੀਂ ਇਹ ਭੁੱਲਦੇ ਹੀ ਜਾ ਰਹੇ ਹਾਂ ਵੀ ਅਸੀਂ ਗੁਰਦੁਆਰੇ ਆਏ ਕਾਹਦੇ ਲਈ ਹਾਂ, ਸਾਡਾ ਆਉਣਾ ਗੁਰਦੁਆਰੇ ਕਾਹਦੇ ਵਾਸਤੇ ਸੀ, ਅਸੀਂ ਮੰਗਣਾ ਕੀ ਸੀ ਤੇ ਮੰਗ ਕੇ ਕੀ ਲੈ ਜਾ ਰਹੇ ਹਾਂ। ਜਿਸ ਦਿਨ ਇਹ ਪਤਾ ਲੱਗ ਜਾਏਗਾ ਤੇ ਸਮਝ ਲੈਣਾ ਅਸੀਂ ਫਿਰ ਅਰਦਾਸ ਇਸ ਭਵਜਲ ਚੋਂ ਪਾਰ ਲੰਘਣ ਦੀ ਕਰਾਂਗੇ। ਫਿਰ ਸਾਡੀਆਂ ਅਰਦਾਸਾਂ ਸਾਡੇ ਇਸ ਮਨੁੱਖਾ ਜਨਮ ਦੇ ਸਫਲਤਾ ਵਾਸਤੇ ਹੋਣਗੀਆਂ ਕਿ ਮਾਲਕ ਜੀ ਇਹ ਜਨਮ ਤੁਹਾਡੇ ਲੇਖੇ ਵਿੱਚ ਲੱਗ ਜਾਏ। ਸਭ ਕਹਿੰਦੇ ਘਬਰਾਓ ਨਾ, ਜੇ ਕੋਈ ਡੁੱਬੇ, ਜੇ ਕੋਈ ਡੁੱਬ ਰਿਹਾ ਹੋਵੇ ਉਹਦਾ ਵੀ ਬਚਾਅ ਹੋ ਸਕਦਾ ਹੈ। ਫਿਰ ਹੋਵੇ ਸਾਰ, ਉਹਦਾ ਵੀ ਪਾਰ ਉਤਾਰਾ ਹੋ ਸਕਦਾ ਹੈ। ਕਦੋਂ? ਕਰਮ ਮਿਲੇ ਆਖਣ ਤੇਰਾ ਨਾਉ। ਜਦੋਂ ਉਹਦੀ ਬਖਸ਼ਿਸ਼ ਦੇ ਨਾਲ ਤੇਰਾ ਨਾਮ ਜਪਣ ਵਾਸਤੇ ਮਿਲ ਜਾਏ ਤੇ ਫਿਰ ਇਹ ਪਾਪ ਧੋਤੇ ਜਾ ਸਕਦੇ ਆ, ਇਹ ਭਾਰ ਹੌਲਾ ਕੀਤਾ ਜਾ ਸਕਦਾ ਹੈ। ਵਿਕਾਰਾਂ ਦਾ ਭਾਰ, ਬੁਰਾਈਆਂ ਦਾ ਭਾਰ, ਕਬੀਰ ਜੀ ਨੇ ਕਿਹਾ ਨਾ, ਕਬੀਰ ਬੇੜਾ ਜ਼ਰਜ਼ਰਾ ਫੁੱਟੇ 6,000 ਹਰੂਏ ਹਰੂਏ ਤੇਰ ਗਏ ਡੁੱਬੇ ਜਿਨ ਸਿਰ ਭਾਰ। ਕਿਹੜਾ ਭਾਰ? ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ, ਜਿਹੜਾ ਸਾਡੀ ਜੀਵ ਆਤਮਾ ਤੇ ਬੋਝ ਪੈ ਗਿਆ। ਇਹ ਜੀਵ ਆਤਮਾ ਕੁਰਲਾ ਕੇ ਕਹਿੰਦੀ ਆ ਮੇਰੇ ਮਾਲਕਾ, ਆ ਗੁਰਮੁਖ ਨਾਮ ਦੀ ਕਮਾਈ ਵਾਲੇ ਤਰ ਗਏ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਪਰ ਮੇਰੀ ਕਰਮਾਂ ਦੀ ਮਾਰੀ ਦੀ ਵਾਰੀ ਕਦੋਂ ਆਏਗੀ? ਮੈਂ ਤਾਂ ਤੁਰ ਹੀ ਨਹੀਂ ਪਾ ਰਹੀ, ਕਿਉਂਕਿ ਵਿਕਾਰਾਂ ਦਾ ਬੋਝ ਹੀ ਇੰਨਾ ਉੱਤੇ ਲੱਦਿਆ ਪਿਆ। ਹੁਣ ਇਹ ਕਰਮਾਂ ਦੀ ਮਾਰੀ ਹੋਈ ਕਹਿ ਰਹੀ ਆ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ। ਸੁਹਾਗਣ ਆ ਗੁਰਮੁਖ ਜਨ, ਸੁਹਾਗਣ ਜਿਹਨੇ ਕਮਾਈ ਕੀਤੀ ਆ ਨਾਮ ਦੀ। ਸੁਹਾਗਣ ਉਹ ਹੈ ਜਿਹਨੇ ਪਰਮੇਸ਼ਵਰ ਦੇ ਹੁਕਮ ਵਿੱਚ ਜਿਹੜਾ ਤੁਰਿਆ। ਸਭ ਸੁਹਾਗਣ ਮਾਣੈ ਰਲੀਆਂ। ਰਲੀਆਂ ਦਾ ਅਰਥ ਕੀ ਹੈ? ਨਾਮ ਦੀ ਰੰਗਤ, ਨਾਮ ਦੀ ਕਮਾਈ, ਨਾਮ ਦਾ ਰਸ ਜਿਹਨੂੰ ਮਿਲ ਗਿਆ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਉਹ ਅੰਮ੍ਰਿਤ ਵੇਲੇ ਦੀ ਰਾਤ ਮੇਰੀ ਝੋਲੀ 'ਚ ਵੀ ਪਾ ਦਿਓ, ਜਦੋਂ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਜਿਹੜੀਆਂ ਸੁਹਾਗਣਾਂ ਅੰਮ੍ਰਿਤ ਵੇਲੇ ਰੱਬ ਦੇ ਪਿਆਰੇ ਜਾਗਦੇ ਆ, ਭਿੰਨੀ ਰੈਂਡੜੀ ਹੈ ਚਮਕਣ ਤਾਰੇ, ਜਾਗੈ ਸੰਤ ਜਨਾਂ ਮੇਰੇ ਰਾਮ ਪਿਆਰੇ। ਉਹ ਰਾਮ ਪਿਆਰਿਆਂ ਨੂੰ ਹੀ ਸੁਹਾਗਣ ਕਿਹਾ ਗਿਆ। ਫਿਰ ਕਹਿੰਦੇ ਉਹ ਡੁੱਬਦੇ ਤਰ ਸਕਦੇ ਆ ਜਿਨ੍ਹਾਂ ਨੂੰ ਉਸ ਮਾਲਕ ਦੀ ਬਖਸ਼ਿਸ਼ ਨਾਲ ਨਾਮ ਦੀ ਰੰਗਤ ਆ ਜਾਂਦੀ ਹੈ। ਨਾਨਕ ਸੱਚਾ ਸਰਬ ਦਾਤਾਰ। ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂਕਿ ਉਹ ਸਾਚਾ ਹੈ, ਉਹ ਸਾਰੀਆਂ ਦਾਤਾਂ ਦਾ ਮਾਲਕ ਹੈ, ਉਹ ਸਾਰੇ ਹੀ ਰੋਗਾਂ ਦਾ ਇਲਾਜ ਉਹਦੇ ਨਾਮ ਦੇ ਵਿੱਚ ਹੈ। ਸਰਬ ਰੋਗ ਕਾ ਔਖਦ ਨਾਮ। ਜਿੰਨੇ ਵੀ ਟੋਟਲੀ ਸਾਡੇ ਕੋਲ ਰੋਗ ਨੇ, ਭਿਆਨਕ ਤੋਂ ਭਿਆਨਕ ਰੋਗ ਹੈ, ਸਾਰਿਆਂ ਨੂੰ ਦੂਰ ਕਰਨ ਵਾਲਾ ਉਹਦਾ ਨਾਮ ਹੈ, ਕਿਉਂਕਿ ਉਹ ਦਾਤਾਰ ਏਡਾ ਵੱਡਾ ਹੈ, ਉਹਦੀਆਂ ਦਾਤਾਂ ਮੁੱਕਦੀਆਂ ਹੀ ਨਹੀਂ। ਅਸੀਂ ਸਾਰੀ ਦੁਨੀਆ ਇੱਕ ਪਾਸੇ ਹੋ ਕੇ ਉਹਦੇ ਕੋਲੋਂ ਦਾਤ ਮੰਗੀਏ ਨਾ, ਤੇ ਆਖਾਂ ਮੰਗਾਂ ਦੇ ਦੇ ਦਾਤ ਕਰੇ ਦਾਤਾਰ। ਉਹ ਦਾਤਾਂ ਦੇਣ ਵਾਲਾ ਦੇ ਹੀ ਜਾਂਦਾ ਹੈ, ਉਹਦੇ ਖਜ਼ਾਨੇ ਨਹੀਂ ਮੁੱਕਦੇ। ਅਸੀਂ ਸਾਡੀ ਜ਼ਿੰਦਗੀ ਮੁੱਕ ਜਾਂਦੀ ਹੈ, ਅਸੀਂ ਥੱਕ ਜਾਂਦੇ ਹਾਂ। ਦਿੰਦਾ ਦੇ, ਲੈਂਦੇ ਥੱਕ ਪਾਏ, ਉਹ ਤਾਂ ਦੇਈ ਜਾਂਦਾ ਹੈ। ਅਸੀਂ ਲੈਂਦੇ ਦਾਤਾਂ ਥੱਕ ਗਏ, ਜ਼ਿੰਦਗੀ ਮੁੱਕ ਗਈ ਸਾਡੀ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਆ ਗਨਤ ਜਿਹਦੀ ਗਿਣਤੀ ਕੋਈ ਨਹੀਂ ਹੈ। ਸਾਹਿਬ ਜੀ ਕਹਿੰਦੇ ਉਹ ਸੱਚਾ ਹੈ, ਉਹ ਸਰਬ ਦਾਤਾਰ ਹੈ। ਉਸ ਦਾਤਾਰ ਅੱਗੇ ਦਾਤ ਮੰਗਿਆ ਕਰੋ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਸ਼ਬਦ ਮਹਾਰਾਜ ਜੀ ਨੇ ਉਸ ਕੋੜੀ, ਜਿਹੜਾ ਕੋੜ ਦੇ ਰੋਗ ਨਾਲ ਭਰਿਆ ਸੀ ਨਾ, ਉਹਦੇ ਕੋਲ ਬੈਠ ਕੇ ਨਾਲੇ ਜ਼ਖਮ ਸਾਫ਼ ਕਰਨੇ, ਤੇ ਨਾਲੇ ਮਹਾਰਾਜ ਜੀ ਨੇ ਆ ਸ਼ਬਦ ਉੱਥੇ ਉਚਾਰਿਆ ਹੈ। ਸ੍ਰੀ ਗੁਰੂ ਸਰਬ ਸ਼ਬਦ ਮੁਖ ਪਨਾ। ਜਦੋਂ ਮੁਖਾਰਬਿੰਦ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਹ ਪਾਵਨ ਸ਼ਬਦ ਇਹਨੇ ਸੁਣਿਆ ਹੈ। ਤੂਸ਼ਨ ਕਰ ਕੁਸ਼ਤੀ ਲੈ ਸੁਣਾ। ਸ਼ਬਦ ਸੁਣਦਿਆਂ ਤੂਸ਼ਨ ਹੋ ਗਿਆ, ਹਾਏ ਹਾਏ ਕਰਦਾ ਸੀ, ਚੁੱਪ ਹੋ ਗਿਆ। ਇਹਦੇ ਮੂੰਹ ਚੋਂ ਹਾਏ ਹਾਏ ਨਿਕਲਦੀ ਨਹੀਂ ਹੁਣ, ਕਿਉਂਕਿ ਇਹਨੂੰ ਪੀੜਾ ਨਹੀਂ ਸਤਾ ਰਹੀ, ਇਹਨੂੰ ਦਰਦ ਨਹੀਂ ਸਤਾ ਰਹੀ। ਇਹਦੇ ਅੰਦਰ ਸ਼ਬਦ ਜਿਹੜਾ ਸੀ ਨਾ, ਉਹਨੇ ਅਸਰ ਐਸਾ ਕਰ ਦਿੱਤਾ, ਇਹਨੂੰ ਦਰਦ ਪੀੜਾ ਸਤਾ ਹੀ ਨਹੀਂ ਰਹੀ। ਬੇਨਤੀ ਕਰਾਂ, ਕਦੇ ਪ੍ਰੈਕਟੀਕਲ ਕੀਤਾ ਹੋਵੇ ਜਾਂ ਕਈਆਂ ਨੇ ਮਹਿਸੂਸ ਕੀਤਾ ਹੋਵੇ ਜਾਂ ਕਰਕੇ ਵੇਖੀਏ।
ਜਦੋਂ ਤੱਕ ਸਾਡਾ ਧਿਆਨ ਸ਼ਬਦ ਵੱਲ ਨਹੀਂ ਨਾ ਹੋਏਗਾ, ਜਦੋਂ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜੇਗੀ, ਉਦੋਂ ਸਾਨੂੰ ਮਹਿਸੂਸ ਹੁੰਦਾ ਰਹੇਗਾ ਕਿ ਮੇਰੇ ਗੋਡੇ ਦੁਖਦੇ ਆ, ਮੇਰੇ ਦਰਦ ਹੋ ਰਹੀ ਹੈ, ਮੇਰਾ ਸਿਰ ਅੱਜ ਭਾਰੀ ਹੈ, ਮੈਨੂੰ ਘਬਰਾਹਟ ਹੋ ਰਹੀ ਹੈ। ਪਰ ਜਿਸ ਦਿਨ ਤੁਹਾਡੀ ਸੁਰਤ ਸ਼ਬਦ ਨਾਲ ਜੁੜ ਗਈ, ਉਸ ਦਿਨ ਗੋਡਿਆਂ ਦਾ ਦਰਦ ਭੁੱਲ ਜਾਓਗੇ। ਉਸ ਦਿਨ ਸਰੀਰ ਜਿਹੜੀ ਦਰਦ ਪੀੜਾ ਨਾ ਭੁੱਲ ਹੀ ਜਾਏਗੀ ਤੁਹਾਨੂੰ, ਜਿੰਨਾ ਚਿਰ ਸੁਰਤ ਜੁੜੀ ਹੈ। ਜਦੋਂ ਸੁਰਤ ਹਟੀ, ਉਦੋਂ ਹੀ ਦਰਦ ਮਹਿਸੂਸ ਹੋਣ ਲੱਗ ਜਾਣੀ ਹੈ। ਇਹ ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਹੈ, ਉਹਨਾਂ ਨੇ ਦੱਸਿਆ ਹੈ ਕਿ ਸਾਡੇ ਨਾਲ ਇਦਾਂ ਹੁੰਦਾ ਹੈ, ਦਰਦ ਹੱਦ ਨਾਲੋਂ ਵੱਧ ਹੁੰਦੀ ਹੈ, ਪਰ ਜਦੋਂ ਧਿਆਨ ਸ਼ਬਦ ਵੱਲ ਚਲਾ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਤੇ ਜਦੋਂ ਧਿਆਨ ਹਟਦਾ, ਨਾਲ ਹੀ ਪਤਾ ਲੱਗਣ ਲੱਗ ਜਾਂਦਾ ਹੈ। ਇੱਕ ਨਹੀਂ, ਹਜ਼ਾਰਾਂ ਇੱਥੇ ਪ੍ਰਮਾਣ ਦਿੱਤੇ ਜਾ ਸਕਦੇ ਆ। ਬਹੁਤ ਨੇ ਐਸੇ ਪ੍ਰੈਕਟੀਕਲ ਜੀਵਨ ਵਿੱਚ ਜਿਹੜੇ ਜਿਨ੍ਹਾਂ ਨੇ ਜੀਵ ਕੇ ਇਹ ਮਹਿਸੂਸ ਕੀਤਾ, ਉਹ ਆਪਣੇ ਮੁਖਾਰਬਿੰਦ ਤੋਂ ਆਪ ਦੱਸਦੇ ਆ। ਪਰ ਗਲਤੀ ਹੈ ਨਾ ਵੀ ਸੁਰਤ ਨਹੀਂ ਲੱਗਦੀ ਸ਼ਬਦ ਨਾਲ, ਸ਼ਬਦ ਸੁਰਤ ਦਾ ਸੁਮੇਲ ਹੁੰਦਾ ਹੀ ਨਹੀਂ ਹੈ। ਧਿਆਨ ਇਸ ਪਾਸੇ ਹੋਏਗਾ ਤੇ ਦਰਦ ਪੀੜਾ ਵਾਲੇ ਪਾਸੇ ਧਿਆਨ ਜਾਏਗਾ ਹੀ ਨਹੀਂ। ਇਹਦੇ ਨਾਲ ਵੀ ਇਹੀ ਹੋਇਆ, ਜਦੋਂ ਇਹਨੇ ਧਿਆਨ ਸ਼ਬਦ ਵੱਲ ਦਿੱਤਾ, ਤੂਸ਼ਨ ਕਰ, ਤੂੰ ਚੁੱਪ ਹੋ ਗਿਆ। ਜਿਹੜਾ ਰਾਤ ਹਾਏ 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 ਮਰ ਗਿਆ, ਇਹ ਦਰਦ ਹੋ ਰਹੀ ਹੈ, ਮੇਰੇ ਕੋਲੋਂ ਪੀੜਾ ਨਹੀਂ ਬਰਦਾਸ਼ਤ ਹੁੰਦੀ, ਇੱਕਦਮ ਚੁੱਪ ਕਰ ਗਿਆ। ਇਸ ਤਰ੍ਹਾਂ ਚੁੱਪ ਕਰ ਗਿਆ ਜਿਵੇਂ ਇਹਨੂੰ ਦਰਦ ਹੁੰਦੀ ਨਹੀਂ ਹੈ। ਭਈ ਦੇ ਤਤਕਾਲ ਆਰੋਗੰ। ਪਰ ਜਿਵੇਂ ਹੀ ਗੁਰੂ ਸਾਹਿਬ ਜੀ ਨੇ ਆਪਣੀ ਰਹਿਮਤ ਵਰਤਾਈ, ਸ਼ਬਦ ਵੀ ਇਹਨੂੰ ਸੁਣਾਇਆ, ਇਹਦੇ ਆਪਣੇ ਹੱਥਾਂ ਨਾਲ ਜ਼ਖਮ ਵੀ ਸਾਫ਼ ਕੀਤੇ, ਕਹਿੰਦੇ ਥੋੜੇ ਸਮੇਂ ਵਿੱਚ ਇਹਦਾ ਤਨ ਆਰੋਗ ਹੋ ਗਿਆ। ਇੱਕ ਗੁਰੂ ਸਾਹਿਬ ਦੇਖੋ, ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਗੁਰੂ ਅਮਰਦਾਸ ਮਹਾਰਾਜ ਵੇਲੇ ਭਾਈ ਪ੍ਰੇਮਾ ਚੱਲ ਕੇ ਆਉਂਦਾ, ਉਹ ਚੱਲ ਕੇ ਨਹੀਂ, ਰਿੜ ਕੇ ਆਉਂਦਾ। ਸਾਰਾ ਸਰੀਰ ਕੋਹੜ ਦੇ ਰੋਗ ਨਾਲ ਗਲਿਆ ਪਿਆ ਸੀ, ਤੁਰਿਆ ਵੀ ਨਹੀਂ ਸੀ ਜਾਂਦਾ। ਪਰ ਇਹਨੂੰ ਦੱਸ ਦਿੱਤਾ ਵੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਜਿਹੜੇ ਬੈਠੇ ਆ ਨਾ, ਉਹਨਾਂ ਤੋਂ ਵੱਡਾ ਵੈਦ ਕੋਈ ਨਹੀਂ ਹੈ। ਬਸ ਚਾਉ ਚੜ ਗਿਆ, ਰਿੜਦਾ ਰਿੜਦਾ ਆਇਆ ਤੇ ਨਾਲੇ ਕਹਿੰਦਾ ਮੇਰਾ ਗਿਆ ਕਛੋਟਾ ਲੱਦਾ ਜੀ, ਭਾਵ ਕਿ ਜਿਹੜਾ ਮੇਰਾ ਤਨ ਚਮੜੀ ਚਲੀ ਗਈ ਹੈ ਨਾ ਰੋਗ ਕਰਕੇ, ਮੈਨੂੰ ਉਹ ਥਾਂ ਲੱਭ ਗਿਆ ਜਿੱਥੇ ਮੈਂ ਹੁਣ ਨਵਾਂ ਨਰੋਵਾ ਹੋ ਸਕਦਾ। ਮੈਨੂੰ ਉਹ ਥਾਂ ਮਿਲ ਗਿਆ ਜਿੱਥੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਜਿੱਥੇ ਮਨ ਦੇ ਨਾਲ ਤਨ ਵੀ ਅਰੋਗ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਦੇ ਘਰ ਆਇਆ ਸੀ ਭਾਈ ਪ੍ਰੇਮਾ, ਤੇ ਕਿੰਨੀਆਂ ਬਖਸ਼ਿਸ਼ਾਂ ਮਹਾਰਾਜ ਕੋਲੋਂ ਲੈ ਕੇ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦੇ ਕੋਲ ਸ਼ਬਦ ਵੀ ਉਚਾਰਿਆ, ਇਹਦੇ ਜ਼ਖਮ ਵੀ ਸਾਫ਼ ਕੀਤੇ। ਥੋੜੇ ਸਮੇਂ ਵਿੱਚ ਆਰੋਗੰ, ਰੋਗ ਤੋਂ ਰਹਿਤ ਹੋ ਗਿਆ। ਬਿਨਸ ਗਏ ਮਨ ਕੇ ਸਭ ਸੋਗੰ। ਜਦੋਂ ਰੋਗ ਚਲਾ ਗਿਆ, ਮਨ ਦਾ ਸੋਗ ਵੀ ਚਲਾ ਗਿਆ। ਜੋ ਚਿੰਤਾ ਮਨ ਵਿੱਚ ਲੱਗੀ ਹੋਈ ਸੀ, ਉਹ ਵੀ ਕਹਿੰਦੇ ਚਲੀ ਗਈ। ਨਿਰਮਲ ਪਈ ਮਨੀ ਕਾ ਤਬਹੀ। ਅੰਦਰ ਕਹਿੰਦੇ ਨੇ ਮਨ ਜਿਹੜਾ ਸੀ, ਉਹ ਵੀ ਮਨ ਵੀ ਨਿਰਮਲ ਹੋ ਗਿਆ। ਜਿਹੜਾ ਸ਼ਬਦ ਅੰਦਰ ਵਸਿਆ, ਉਹਨੇ ਮਨ ਦੀ ਮਲ ਨੂੰ ਧੋ ਦਿੱਤਾ। ਮਨ ਮਨੀਲਤਾ ਨਾਸੀ ਸਭਗੀ। ਸਾਰੇ ਮਨ ਦੀ ਮਲੀਨਤਾ ਜਿਹੜੀ ਸੀ, ਉਹ ਨਾਸ਼ ਹੋ ਗਈ। ਪਈ ਪੋਲ ਪਾਗੁਲ ਪਗਲੀਨੀ। ਕਹਿੰਦੇ ਤੰਦਰੁਸਤ ਹੋ ਗਿਆ। ਜਿਹੜਾ ਮੰਜੇ ਤੋਂ ਆਪਣੇ ਆਪ ਉੱਠ ਨਹੀਂ ਸਕਦਾ ਸੀ, ਉਹ ਗੁਰੂ ਸਾਹਿਬ ਦੇ ਪੱਗ ਚਰਨਾਂ ਦੇ ਵਿੱਚ ਆ ਕੇ ਬਹਿ ਗਿਆ। ਉਹ ਸਾਹਿਬ ਦੇ ਚਰਨਾਂ ਦੀ ਪੌਲ ਲੈਂਦਾ ਹੈ, ਭਾਵ ਗੁਰੂ ਸਾਹਿਬ ਦੀ ਬਖਸ਼ਿਸ਼ ਲੈਂਦਾ ਹੈ। ਹਿਰਦੇ ਜਾਗੀ ਭਗਤ ਨਵੀਨੀ। ਇਹਦੇ ਹਿਰਦੇ ਵਿੱਚ ਭਗਤੀ ਦਾ ਜਾਗ ਲੱਗ ਗਿਆ। ਜਿਹੜਾ ਤਾਹਾਂ ਮਾਰ ਕੇ ਰੋ ਰਿਹਾ ਸੀ, ਬੜੀ ਵਾਰ ਬੇਨਤੀ ਕੀਤੀ, ਜਦੋਂ ਸਾਡੀ ਹਾਲਤ ਇਦਾਂ ਦੀ ਹੋ ਜਾਏ, ਚਾਰੇ ਪਾਸੇ ਜਦੋਂ ਕੋਈ ਰਾਹ ਨਾ ਮਿਲੇ, ਕੋਈ ਸਾਥ ਦੇਣ ਵਾਲਾ ਨਾ ਮਿਲੇ, ਮੁਸੀਬਤ ਵਿੱਚ ਮੁਸ਼ਕਲ ਵਿੱਚ ਘਿਰੇ ਹੋਈਏ, ਉਦੋਂ ਫਿਰ ਕਿਤੇ ਨਾ ਭਟਕੋ, ਸਿਰਫ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਜਾਓ। ਤੇ ਆ ਕੇ ਬੰਦਿਆਂ ਅੱਗੇ ਰੋਣ ਦੀ ਬਜਾਏ ਗੁਰੂ ਸਾਹਿਬ ਅੱਗੇ ਅੱਖਾਂ ਭਰ ਕੇ ਕਹੋ, ਦਾਤਿਆ ਤੂੰ ਮੇਰੇ ਦੁੱਖ ਕੱਟਣ ਵਾਲਾ ਹੈ, ਤੂੰ ਮੇਰੇ ਰੋਗ ਕੱਟਣ ਵਾਲਾ ਹੈ। ਤੁਸੀਂ ਮੇਰੇ ਚਾਰੇ ਪਾਸੇ ਮੁਸੀਬਤ ਵਿੱਚੋਂ ਘਿਰੇ ਹੋਏ ਨੂੰ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਤੁਸੀਂ ਉਸ ਵੇਲੇ ਢੋਈ ਦੇਣ ਵਾਲੇ ਹੋ। ਤੁਸੀਂ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਹੋ, ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਤੁਸੀਂ ਵਾਹਿਗੁਰੂ ਜੀ ਨਿਗਤਿਆਂ ਦੀ ਗੱਤ ਕਰਨ ਵਾਲੇ ਹੋ। ਜਦੋਂ ਇਹ ਭਾਵਨਾ ਲੈ ਕੇ ਆਵਾਂਗੇ, ਫਿਰ ਨਿਆਸਰੇ ਨੂੰ ਆਸਰਾ ਕਿਉਂ ਨਹੀਂ ਮਿਲੇਗਾ? ਇਹ ਮਾਲਕ ਜੀ, ਤੁਸੀਂ ਰੋਗੀਆਂ ਦੇ ਰੋਗ ਖੰਡਣ ਵਾਲੇ ਹੋ, ਦੁਖੀਆਂ ਦੇ ਦੁੱਖ ਕੱਟਣ ਵਾਲੇ ਹੋ, ਕਿਉਂ ਨਹੀਂ ਕੱਟੇ ਜਾਣਗੇ? ਪਰ ਉਹ ਭਾਵਨਾ ਲੈ ਕੇ ਆਉਣਾ ਪੈਣਾ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਜਿੱਥੇ ਇਹ ਅਰੋਗ ਹੋਇਆ, ਉੱਥੇ ਭਗਤੀ ਦਾ ਜਾਗ ਲੱਗ ਗਿਆ। ਪ੍ਰਗਟੀ ਨਗਰ ਵਿਕੇ ਸੁਧ ਸੋਊ। ਸਾਰੇ ਨਗਰ ਵਿੱਚ ਇੱਕ ਕਹਿੰਦੇ ਖਬਰ ਫੈਲ ਗਈ ਕਿ ਜਿਸ ਬੰਦੇ ਦੇ ਨੇੜੇ ਵੀ ਜਾਣ ਤੋਂ ਘਬਰਾਹਟ ਹੁੰਦੀ ਸੀ, ਪੰਛੀ ਵੀ ਇੰਨੀ ਬਦਬੂ ਆਉਂਦੀ ਸੀ ਵੀ ਪੰਛੀ ਵੀ ਨੇੜੇ ਨਹੀਂ ਸੀ ਲੱਗਦਾ, ਅੱਜ ਉਹ ਨਵਾਂ ਨਰੋਆ ਹੋ ਗਿਆ। ਉਹ ਰੋਗ ਇਦਾਂ ਲੱਗਦਾ ਹੀ ਨਹੀਂ ਜਿਵੇਂ ਰੋਗ ਇਹਨੂੰ ਕੋਈ ਹੋਇਆ ਹੋਵੇ। ਸਾਰੇ ਨਗਰ ਵਿੱਚ ਗੱਲ ਫੈਲ ਗਈ ਹੈ। ਵੇਖਣ ਦਰਸ ਆਏ ਸਭ ਕੋ। ਸਾਰੇ ਹੀ ਦੌੜ ਦੌੜ ਕੇ ਆਉਣੇ ਸ਼ੁਰੂ ਹੋ ਗਏ ਵੀ ਦੇਖੀਏ ਤੇ ਸਹੀ ਹੈ ਰੋਗ ਕਿਵੇਂ ਹੋ ਗਿਆ, ਕਿਹਨੇ ਰੋਗ ਕਰ ਦਿੱਤਾ, ਇਹਦਾ ਕੁਸ਼ਤੀ ਦਾ ਰੋਗ ਕਿਹਨੇ ਦੂਰ ਕਰ ਦਿੱਤਾ। ਆਨ ਉਪਾਇ ਨ ਧਰੇ ਅਗਾਰੀ। ਜਦੋਂ ਪਤਾ ਲੱਗਾ ਬਾਬੇ ਨਾਨਕ ਜੀ ਦਾ, ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਕੇ ਕਹਿੰਦੇ ਜੋ ਭਾਵਨਾ 'ਚ ਭੇਟਾਵਾਂ ਲੈ ਕੇ ਆਏ, ਉਹ ਅੱਗੇ ਰੱਖ ਕੇ ਨਮਸਕਾਰਾਂ ਕਰਦੇ ਹਨ। ਸੰਤੋ ਬਖਸ਼ੋ ਭੁੱਲ ਹਮਾਰੀ। ਤੇ ਨਾਲ ਕਹਿੰਦੇ ਆ ਸਾਡੀ ਵੀ ਭੁੱਲ ਬਖਸ਼ ਦਿਓ, ਅਸੀਂ ਗੁਨਾਹਗਾਰ ਹਾਂ। ਅਸੀਂ ਜਦੋਂ ਇਹ ਮੁਸੀਬਤ ਆਈ, ਇਹਨੂੰ ਰੋਗ ਆਇਆ, ਅਸੀਂ ਪਿੰਡੋਂ ਬਾਹਰ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਵੀ ਸੋਚਿਆ ਵੀ ਇਹ ਰੋਗ ਸਾਨੂੰ ਨਾ ਲੱਗ ਜਾਏ, ਪਰ ਤੁਸੀਂ ਇਹਨੂੰ ਆਪਣੇ ਨਾਲ ਲਾਇਆ, ਕਿਉਂਕਿ ਗੁਰਦੇਵ ਮਾਤਾ ਗੁਰਦੇਵ ਪਿਤਾ। ਕਦੇ ਸੋਚਿਆ ਜਦੋਂ ਬੱਚਾ ਬਿਮਾਰ ਹੋ ਜਾਏ ਤੇ ਮਾਂ ਕਹਿੰਦੀ ਮੈਂ ਆਪਣੇ ਸੀਨੇ ਨਾਲ ਨਹੀਂ ਲਾਉਣਾ ਵੀ ਕਿਤੇ ਮੈਨੂੰ ਵੀ ਬੁਖਾਰ ਨਾ ਹੋ ਜਾਏ। ਮਾਂ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੀ ਆ ਵੀ ਤੇਰਾ ਬੁਖਾਰ ਮੈਨੂੰ ਚੜ ਜਾਏ। ਪਰ ਜਿਸ ਦਿਨ ਮਾਂ ਨੂੰ ਬੁਖਾਰ ਚੜ ਗਿਆ, ਉਸ ਦਿਨ ਬੱਚੇ ਕਹਿੰਦੇ ਆ ਮਾਂ ਤੂੰ ਇੱਕ ਪਾਸੇ ਹੀ ਪਿਆਰਾ ਕਰ, ਕਿਤੇ ਤੇਰੇ ਨੇੜੇ ਆ ਕੇ ਸਾਨੂੰ ਨਾ ਬੁਖਾਰ ਚੜ ਜਾਏ। ਜਿਸ ਦਿਨ ਮਾਂ-ਬਾਪ ਬੱਚਿਆਂ ਨੂੰ ਦੁਖੀ ਦੇਖਦੇ ਆ, ਉਹਨਾਂ ਦਾ ਅੰਦਰ ਰੋਂਦਾ ਹੈ ਕਿ ਸਾਡੇ ਬੱਚੇ ਕਿਉਂ ਦੁਖੀ ਨੇ, ਸਾਡੇ ਬੱਚਿਆਂ ਨੂੰ ਕੀ ਤਕਲੀਫ ਹੈ। ਪਰ ਜਦੋਂ ਮਾਂ-ਬਾਪ ਦੁਖੀ ਹੁੰਦੇ ਆ ਤੇ ਬੱਚੇ ਕਹਿੰਦੇ ਤੁਸੀਂ ਪਖੰਡ ਕਰਦੇ ਹੋ, ਤੁਸੀਂ ਲੋਕ ਦਿਖਾਵਾ ਕਰਦੇ ਹੋ। ਇਹ ਸਮਾਜ ਦੇ ਵਿੱਚ ਐਸੀ ਹਾਲਤ ਹੈ। ਵਾਹਿਗੁਰੂ ਜੀ, ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਦਰਦ ਮਹਿਸੂਸ ਕੀਤਾ ਹੈ। ਉਹ ਕੀ ਹੈ? ਦੀਨ ਦਰਦ ਨਿਵਾਰ ਠਾਕੁਰ, ਰੱਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁੱਖ ਨਾ ਸਕੇ ਵੇ ਆਪ। ਇਸ ਲਈ ਗੁਰੂ ਸਾਹਿਬ ਜੀ ਨੂੰ ਤਰਸ ਆਇਆ ਤੇ ਉਹਦੇ ਰੋਗ ਕੱਟ ਦਿੱਤੇ। ਨਾਲ ਦੱਸ ਦਿੱਤਾ ਜੇ ਬਾਣੀ ਨਾਲ ਨਹੀਂ ਜੁੜੋਗੇ ਤੇ ਅੰਦਰੋਂ ਵੀ ਰੋਗੀ ਰਹੋਗੇ। ਹੁਣ ਜਿਨ੍ਹਾਂ ਨੂੰ ਪਤਾ ਲੱਗਾ ਪਹੁੰਚ ਗਏ, ਤੇ ਪਹੁੰਚ ਕੇ ਕਹਿੰਦੇ ਮਹਾਰਾਜ ਜੀ ਬਖਸ਼ੋ ਭੂਲ ਹਮਾਰੀ, ਸਾਡੀ ਭੁੱਲ ਬਖਸ਼ ਦਿਓ, ਤੁਸੀਂ ਬਖਸ਼ਣ ਹਾਰੇ ਹੋ। ਸੇਵਕ ਕਰੀਏ ਸ਼ਰਨ ਤੁਮਾਰੀ। ਤੁਹਾਡੀ ਸ਼ਰਨ ਵਿੱਚ ਆਏ ਆ, ਆਪਣੇ ਸੇਵਕ ਬਣਾ ਲਓ ਜੀ। ਦਰਸ਼ ਅਮੋਗੰ ਪਰਉਪਕਾਰੀ। ਤੁਸੀਂ ਸਾਡੇ ਪਾਪ ਕੱਟਣ ਵਾਲੇ ਹੋ, ਦੁੱਖ ਕੱਟਣ ਵਾਲੇ ਹੋ, ਪਰ ਉਪਕਾਰੀ ਹੋ। ਸੁਨ ਕਰ ਤਿਨਕੀ ਬਿਨੇ ਬਿਸਾਲਾ। ਇਹਨਾਂ ਸਾਰੇ ਪਿੰਡ ਵਾਲਿਆਂ ਦੀ ਬੇਨਤੀ ਨੂੰ ਸੁਣ ਕੇ ਸਭ ਕੋ ਪਾਗੁਲ ਦੇ ਤਤਕਾਲਾ। ਮਹਾਰਾਜ ਨੇ ਸਭਨਾਂ ਨੂੰ ਚਰਨ ਪੌਲ ਦੇ ਕੇ ਨਿਵਾਜਿਆ, ਭਾਵ ਇਹਨਾਂ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ੀ ਹੈ। ਸਾਰਿਆਂ ਨੂੰ ਆਖਿਆ ਵੀ ਤੁਸੀਂ ਅੱਜ ਤੋਂ ਪਰਮੇਸ਼ਵਰ ਦਾ ਨਾਮ ਜਪੋ। ਮਹਾਰਾਜ ਨੇ ਸਾਰਿਆਂ ਨੂੰ ਆਖਿਆ ਜਪੋ ਤਾਂ ਇੱਕੋ ਨਮਾ ਅਵਰ ਨਿਰਾਫਲ ਕਾਮਾ, ਇੱਕ ਪਰਮੇਸ਼ਵਰ ਦਾ ਨਾਮ ਜਪ ਲਓ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗ ਦਾ ਇੱਕੋ ਹੀ ਇਲਾਜ ਹੈ, ਉਹ ਹੈ ਪਰਮੇਸ਼ਵਰ ਦਾ ਨਾਮ। ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰੋ। ਸਤ ਨਾਮ ਕੋ ਜਪ ਸੁਣੀਏ। ਮਹਾਰਾਜ ਨੇ ਪਹਿਲਾਂ ਆਪ ਸੁਣਾਇਆ, ਪਹਿਲਾਂ ਆਪ ਸੱਚੇ ਨਾਮ ਦਾ ਸਿਮਰਨ ਕੀਤਾ, ਜਾਂ ਕਹਿ ਲਓ ਕਿ ਮੂਲ ਮੰਤਰ ਦਾ ਜਾਪ ਮਹਾਰਾਜ ਨੇ ਕੀਤਾ। ਸ਼ਬਦ ਉੱਥੇ ਇਹਨਾਂ ਸਾਰਿਆਂ ਨੂੰ ਆਪ ਸੁਣਾਇਆ ਹੈ। ਕਰਨੋ ਨਿਤ ਸਤ ਸੰਗ ਬਤਾਇਓ। ਕੇਵਲ ਨਾਮ ਨਹੀਂ ਜਪਾਇਆ, ਮਹਾਰਾਜ ਨੇ ਆਖਿਆ ਵੀ ਨਿਤ ਸਤ ਸੰਗਤ ਵੀ ਕਰਨੀ ਜ਼ਰੂਰੀ ਹੈ। ਸਤ ਸੰਗਤ ਵੀ ਰੋਜ਼ ਤੁਸੀਂ ਕਰਿਆ ਕਰੋ। ਬੋਹਰੋ ਕੀਨੋ ਗਮਨਾਗਾਰੀ। ਸਤ ਸੰਗਤ ਦੀ ਦਾਤ ਬਖਸ਼ ਕੇ ਔਰ ਸੇਵਾ ਦੀ ਭਾਵਨਾ ਬਖਸ਼ ਕੇ, ਜੇ ਕੋਈ ਤੁਹਾਨੂੰ ਰੋਗੀ ਦਿਸਦਾ ਤੇ ਮੂੰਹ ਨਾ ਫੇਰਿਆ ਕਰੋ।
ਜੇ ਤੁਹਾਨੂੰ ਕੋਈ ਦੁੱਖ ਤਕਲੀਫ ਵਿੱਚ ਦਿਸਦਾ ਹੈ ਤੇ ਮੂੰਹ ਵੱਟ ਕੇ ਨਾ ਲੰਘਿਆ ਕਰੋ, ਕੋਸ਼ਿਸ਼ ਕਰੋ ਜੀ ਉਹਦੀ ਹੈਲਪ ਕਰ ਸਕਦੇ ਹੋ, ਕੋਸ਼ਿਸ਼ ਕਰੋ ਉਹਦੀ ਮਦਦ ਕਰ ਸਕਦੇ ਹੋ। ਪਰ ਅੱਜ ਸਮਾਜ ਵਿੱਚ ਹਾਲਤ ਕਿਦਾਂ ਦੀ ਹੈ, ਸੜਕ ਤੇ ਕੋਈ ਐਕਸੀਡੈਂਟ ਹੋ ਜਾਏ, ਕੋਈ ਘਟਨਾ ਹੋ ਜਾਏ, ਕੋਈ ਜ਼ਖਮੀ ਹਾਲਤ ਵਿੱਚ ਤੜਪ ਰਿਹਾ ਹੋਵੇ, ਪਰ ਸਾਨੂੰ ਤੇ ਆਪਣੇ ਕਲਿੱਪ ਬਣਾਉਣੇ ਹੁੰਦੇ ਆ, ਅਸੀਂ ਤੇ ਆਪਣੇ ਜਿਹੜੇ ਆ ਉਹ ਉਸੇ ਵੇਲੇ ਅਸੀਂ ਲਾਈਵ ਦਿਖਾਉਣਾ ਹੁੰਦਾ ਹੈ ਵੀ ਇੱਥੇ ਆਹ ਬੰਦਾ ਤੜਪ ਰਿਹਾ, ਉਹਦੇ ਨਾਲੋਂ ਚੰਗਾ ਹੈ ਵੀ ਉਹਨੂੰ ਚੁੱਕ ਕੇ ਉਹਦਾ ਕੋਈ ਇਲਾਜ ਕਰਵਾਓ। ਬੜੇ ਆਰਾਮ ਨਾਲ ਦੇਖ ਰਹੇ ਹੁੰਦੇ ਆ, ਬੰਦੇ ਨੂੰ ਮਰਦਿਆਂ ਵੇਖ ਰਹੇ ਹੁੰਦੇ ਆ, ਜਿੰਨਾ ਚਿਰ ਉਹਦੇ ਪ੍ਰਾਣ ਨਹੀਂ ਨਿਕਲ ਜਾਂਦੇ ਅਸੀਂ ਆਪਣੇ ਆਪਣੇ ਮੋਬਾਈਲ ਲੈ ਕੇ ਖਲੋਤੇ ਆ। ਉਹਦੀ ਬਜਾਏ ਉਹਦਾ ਇਲਾਜ ਕਰਨ ਦੀ ਸੋਚੀਏ ਵੀ ਇਹਨੂੰ ਹਸਪੀਟਲ ਕਿਵੇਂ ਪਹੁੰਚਾਉਣਾ ਹੈ, ਜਲਦੀ ਤੋਂ ਜਲਦੀ ਇਹਦਾ ਇਲਾਜ ਕਿਵੇਂ ਹੋ ਸਕਦਾ ਹੈ, ਸਾਨੂੰ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜ ਨੇ ਸਿਖਾਇਆ ਵੀ ਕੋਈ ਦੁਖੀ ਦਿਸੇ ਤਾਂ ਉਹਦਾ ਦੁੱਖ ਵੰਡਾਓ, ਕੋਈ ਰੋਗੀ ਦਿਸਦਾ ਹੈ ਉਹਦੀ ਮਦਦ ਕਰੋ, ਜੇ ਕੋਈ ਲੋੜਵੰਦ ਹੈ ਉਹਦੀ ਸਹਾਇਤਾ ਕਰੋ। ਮਹਾਰਾਜ ਕਹਿੰਦੇ ਇਹ ਨਾਲ ਨਾਲ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਬੋਰੋ ਕੀਨੋ ਗਮਨਿਆਗਾਰੀ, ਫਿਰ ਇਸ ਤੋਂ ਅੱਗੇ ਨੂੰ ਚਾਲੇ ਪਾ ਦਿੱਤੇ। ਤੇਨਾ ਚਰਨਨ ਪਰ ਕਬ ਬਲਿਹਾਰੀ। ਕਵੀ ਸੰਤੋਖ ਸਿੰਘ ਜੀ ਪ੍ਰਸੰਗ ਦੀ ਸਮਾਪਤੀ ਕਰਦਿਆਂ ਕਹਿੰਦੇ ਨੇ, ਮੈਂ ਐਸੇ ਗੁਰੂ ਨਾਨਕ ਜੀ ਤੋਂ ਬਲਹਾਰੇ ਜਾਵਾਂ। ਵਾਹ ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਉਸ ਕੁਸ਼ਤੀ ਦੇ ਰੋਗ ਨਾਲ ਭਰੇ ਹੋਏ ਇਨਸਾਨ ਦੇ ਕੋਲ ਜਾ ਕੇ ਆਪਣੇ ਹੱਥਾਂ ਨਾਲ ਉਹਦੇ ਜ਼ਖਮ ਸਾਫ਼ ਕਰ ਕਰਕੇ ਉਹਨੂੰ ਨਾਮ ਦੀ ਦਵਾਈ ਦਿੰਦੇ ਰਹੇ ਹੋ, ਔਰ ਨਾਮ ਦੀ ਦਵਾਈ ਦੇ ਕੇ ਉਹਨੂੰ ਮਨ ਤੇ ਤਨ ਕਰਕੇ ਅਰੋਗ ਕਰ ਦਿੱਤਾ। ਅਸੀਂ ਤੁਹਾਡੇ ਤੋਂ ਬਲਹਾਰੇ ਜਾਈਏ, ਭਾਗਾਂ ਵਾਲੀਆਂ ਜੋ ਐਸੇ ਗੁਰੂ ਦੇ ਲੜ ਲੱਗੇ ਆ, ਐਸੇ ਗੁਰੂ ਦੇ ਚਰਨੀ ਲੱਗੇ ਆ, ਅਸੀਂ ਤੇ ਰੋਮ ਰੋਮ ਕਰਕੇ ਗੁਰੂ ਤੋਂ ਬਲਹਾਰੇ ਜਾਣਾ, ਔਰ ਦੁਨੀਆ ਨੂੰ ਵੀ ਅਸੀਂ ਆਖਣਾ ਹੈ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨਹ ਬਤਾਇਆ, ਭੂਲੇ ਮਾਰਗ ਜਿਨਹ ਬਤਾਇਆ, ਭੂਲੇ ਮਾਰਗ ਜਿਨਹ ਬਤਾਇਆ, ਭੂਲੇ ਮਾਰਗ ਜਿਨਹ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਵਾਹਿਗੁਰੂ 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 ਵਾਹਿਗੁਰੂ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰੂ ਮਿਹਰਮਤ ਕਰਨ, ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ਦੇ ਰਹਿਣ। ਬਾਣੀ ਦੇ ਧਾਰਨੀ ਬਣ ਕੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਾਂ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਦੇ ਹਾਂ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।